जो तो प्रेम खिलन का चाओ, सिर धर तली गली मेरी आओ। इत मार्ग पैर तरी जय, सिर दी जय कान ना की जय। धन 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 जन आया, जिस प्रसाद सब जगत तराया। धन 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 जन आया, जिस प्रसाद सब जगत तराया। सतनाम श्री वाहिगुरु जी। ए शरीरा मेरिया, इस जग में आए कै, क्या तुद कर्म कमाया। ए शरीरा मेरिया, इस जग में आए कै, क्या तुद कर्म कमाया। के कर्म कमाया तुद शरीरा, जा तू जग में आया। जिन हर तेरा रचन रचिया, सो हर मन न वसाया। गुर प्रसादी हर मन वसिया, पूर्व लिखिया पाया। कहे नानक ए शरीर परवान हुआ, जिन सतगुर स्यों चित लाया। कहे नानक ए शरीर परवान हुआ, जिन सतगुर स्यों चित लाया। वाहिगुरु जी का खालसा, वाहिगुरु जी की फतेह। गदरी बाबियां दे इतिहासक ਸਥਾਨ ਅੱਜ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਹਫ਼ਤਾਵਾਰੀ ਦੀਵਾਨ ਕੌਮ ਦੇ ਮਹਾਨ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦੇ ਆਗਮਨ ਜਨਮ ਦਿਵਸ ਦੀ ਖੁਸ਼ੀ ਦੇ ਵਿੱਚ ਸਟਾਕਟਨ ਦੀਆਂ ਸੰਗਤਾਂ ਅਤੇ ਮਾਝੇ ਦੀਆਂ ਸਮੁੱਚੀਆਂ ਸੰਗਤਾਂ ਅਤੇ ਸਮੁੱਚੇ ਇੱਥੋਂ ਦੇ ਟਰੱਕ ਡਰਾਈਵਰ ਵੀ ਸੇਵਾਦਾਰਾਂ ਦੇ ਵੱਲੋਂ ਇਹ ਮਹਾਨ ਅੱਜ ਦੇ ਗੁਰਮਤਿ ਸਮਾਗਮ ਅਤੇ ਨਾਲ ਹੀ ਬਾਪੂ ਨਰਿੰਦਰਪਾਲ ਸਿੰਘ ਜੀ ਦਿੱਲੀ ਵਾਲੇ ਤਿੰਨਾਂ ਦੇ ਸਮੂਹ ਪਰਿਵਾਰ ਦੇ ਵੱਲੋਂ ਅੱਜ ਦੇ ਸਮਾਗਮਾਂ ਦੀਆਂ ਗੁਰੂ ਸਾਹਿਬ ਜੀ ਨੇ ਸੇਵਾਵਾਂ ਬਖਸ਼ਿਸ਼ ਕੀਤੀਆਂ। ਸਮੁੱਚੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਤਿਨਾਂ ਦੇ ਆਗਮਨ ਜਨਮ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸਤਿਗੁਰੂ ਜੀ ਮਿਹਰਾਮਤ ਕਰਨ। ਜੋ ਆਪਾਂ ਨੇ ਮੁੱਖ ਵਾਕ ਰੂਪ ਦੇ ਵਿੱਚ ਪੌੜੀ ਨੂੰ ਸ਼ਬਦ ਨੂੰ ਸਰਵਣ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਹੈ ਆਨੰਦ ਸਾਹਿਬ, ਤੇ ਆਨੰਦ ਸਾਹਿਬ ਜੀ ਦੀਆਂ 40 ਪੌੜੀਆਂ ਨੇ। ਵਿਦਵਾਨ ਕਹਿੰਦੇ ਨੇ ਲਗਭਗ ਇਹ 1574 ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਗਈ। ਔਰ ਜਿੱਥੇ ਗੁਰੂ ਅਮਰਦਾਸ ਜੀ ਨੇ ਇਸ ਬਾਣੀ ਨੂੰ ਉਚਾਰਨ ਕੀਤਾ, ਫਿਰ ਉਸ ਤੋਂ ਬਾਅਦ ਇਹਨਾਂ ਦੇ ਉੱਤਰਾਧਿਕਾਰੀ ਭਾਈ ਜੇਠਾ ਜੀ ਭਾਵ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬੜੀ ਵਿਲੱਖਣਤਾ ਬਖਸ਼ਿਸ਼ ਰਹਿਮਤ ਕਹਿ ਲਓ
ਸਾਡੇ ਸਿੱਖਾਂ ਤੇ ਕੀਤੀ ਕਿ ਸੂਹੀ ਰਾਗ ਦੇ ਵਿੱਚ ਛੰਤਾਂ ਦੀ ਬਾਣੀ ਉਚਾਰਨ ਕੀਤੀ, ਜਿਸ ਵਿੱਚੋਂ 4 ਸ਼ਬਦ ਲੈ ਕੇ ਜਿਹਨੂੰ ਪੰਥ ਨੇ ਲਾਵਾਂ ਦੇ ਰੂਪ ਦੇ ਵਿੱਚ ਪ੍ਰਮਾਣ ਕੀਤਾ ਹੈ। ਤੇ ਉਹਨਾਂ 4 ਲਾਵਾਂ ਤੋਂ ਬਿਨਾਂ, ਖਾਸ ਕਰਕੇ ਜਿਨ੍ਹਾਂ ਦਾ ਸਿੱਖ ਧਰਮ ਦੇ ਵਿੱਚ ਜਨਮ ਹੋਇਆ ਹੈ, ਇਸ ਤੋਂ ਬਿਨਾਂ ਉਹਦਾ ਵਿਆਹ ਆਨੰਦ ਕਾਰਜ ਪ੍ਰਵਾਨ ਨਹੀਂ ਹੋ ਸਕਦਾ। ਔਰ ਹੋਰ ਬੇਨਤੀ ਕਰਦੇ ਹਾਂ, ਕਿਉਂਕਿ ਗੱਲ ਆਨੰਦ ਦੀ ਚੱਲ ਪਈ ਤੇ ਖਿਆਲ ਆਇਆ ਕਿ ਨਾਲੋਂ ਨਾਲ ਆਨੰਦ ਕਾਰਜ ਦੇ ਬਾਰੇ ਵੀ ਸਾਡੀ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਜੋ ਸਾਨੂੰ ਇੱਕ ਉਪਦੇਸ਼ ਤੇ ਸੰਦੇਸ਼ ਬਖਸ਼ਿਸ਼ ਕੀਤਾ ਹੈ। ਕਿਉਂਕਿ ਆਨੰਦ ਸਾਹਿਬ ਦੀ ਬਾਣੀ ਤੋਂ ਉਪਰੰਤ ਜਿਹੜੇ 4 ਸ਼ਬਦ ਨੇ ਲਾਵਾਂ ਦੇ ਰੂਪ ਦੇ ਵਿੱਚ ਪੰਥ ਨੇ ਜਿਹਨੂੰ ਪ੍ਰਮਾਣ ਕੀਤਾ ਹੈ, ਤੇ ਗੁਰੂ ਰਾਮਦਾਸ ਮਹਾਰਾਜ ਜੀ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ। ਇਹਦੇ ਵਿੱਚ ਮੇਰੇ ਸਤਿਗੁਰਾਂ ਨੇ ਜਿੱਥੇ 4 ਸ਼ਬਦ ਨੇ, 4 ਛੰਤ ਕਹਿ ਲਓ, ਤਾਂ ਇਹਨਾਂ 4 ਦੇ ਵਿੱਚ ਗੁਰੂ ਸਾਹਿਬ ਜੀ ਨੇ ਮਨੁੱਖ ਦੀਆਂ 4 ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਰਜੋ ਤਮੋ ਸਤੋ ਗੁਣ ਆਦਿਕ ਇੱਕ ਗੁਰੂ ਸਾਹਿਬ ਜੀ ਪੰਕਤੀ ਦੇ ਵਿੱਚ ਮਹਾਨਤਾ ਦ੍ਰਿੜ ਕਰਾਈ ਹੈ। ਕਿਉਂਕਿ ਆਨੰਦ ਕਾਰਜ ਦਾ ਮਤਲਬ ਹੈ ਜਦੋਂ ਆਪਾਂ ਗੁਰੂ ਕੋਲ ਸਾਰੇ ਇਕੱਠੇ ਹੋ ਕੇ ਬਹਿੰਦੇ ਹਾਂ, ਉਹ ਲੜਕਾ ਲੜਕੀ ਵਿਆਹ ਤੋਂ ਪਹਿਲੋਂ ਇੱਕ ਦੂਜੇ ਨੂੰ ਹੋ ਸਕਦਾ ਹੈ ਥੋੜੀ ਬਹੁਤੀ ਜਾਣ ਪਹਿਚਾਣ ਹੈ, ਅਜੇ ਰਿਸ਼ਤਾ ਕੋਈ ਨਹੀਂ। ਉਹਨਾਂ ਦਾ ਰਿਸ਼ਤਾ ਉਦੋਂ ਜੁੜਦਾ ਹੈ ਜਦੋਂ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਬਹਿੰਦੇ ਨੇ। 4 ਲਾਵਾਂ ਦਾ ਪਾਠ ਹੁੰਦਾ ਹੈ ਤੇ ਜਿੰਨੀ ਸੰਗਤ ਆਈ ਹੁੰਦੀ ਹੈ, ਜਿਹਨੂੰ ਤੁਸੀਂ ਬਰਾਤੀ ਕਹਿੰਦੇ ਹੋ, ਉਹ ਜਿੰਨੇ ਦਰਬਾਰ ਵਿੱਚ ਬੈਠੇ ਹੁੰਦੇ ਨੇ, ਉਹਨਾਂ ਦੇ ਬੈਠਣ ਦਾ ਵੀ ਕੋਈ ਕਾਰਨ ਹੁੰਦਾ ਹੈ। ਉਹ ਗੱਲ ਵੱਖਰੀ ਹੈ ਵੀ ਆਨੰਦ ਕਾਰਜਾਂ ਦੇ ਟਾਈਮ ਪੌਣੇ 12 ਵਜੇ ਆ ਕੇ ਕੰਨ 'ਚ ਕਹਿਣਗੇ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਰ ਦਿਓ। ਪੌਣੇ 12 ਵਜੇ ਆ ਕੇ ਤੇ ਤੁਸੀਂ ਵੇਖ ਲਓ, ਮੇਰੇ ਖਿਆਲ 'ਚ ਅਰਦਾਸ ਵੀ ਨਹੀਂ ਹੋਣੀ। ਆਨੰਦ ਕਾਰਜ ਤੇ ਬੜੀ ਵੱਡੀ ਗੱਲ ਹੈ। ਉਹ ਜਿੰਨੀ ਵੀ ਸੰਗਤ ਬੈਠੀ ਹੁੰਦੀ ਹੈ, ਜਿਹਨੂੰ ਆਪਾਂ ਬਰਾਤੀ ਕਹਿੰਦੇ ਆ, ਉਹਨਾਂ ਦਾ ਵੀ ਕੋਈ ਕਾਰਨ ਹੈ ਬੈਠਣ ਦਾ। ਜਿਹੜੇ ਨਾਲ ਆਏ ਨੇ ਉਹਨਾਂ ਦੀ ਸੰਗਤ ਦੀ ਵੀ ਇੱਕ ਗਵਾਹੀ ਹੁੰਦੀ ਹੈ ਕਿ ਜੇ ਕੱਲ੍ਹ ਨੂੰ ਕੋਈ 19 ਕੀ ਗੱਲ ਹੁੰਦੀ ਹੈ ਤਾਂ ਉਹ ਬੰਦਿਆਂ ਨੂੰ ਵੀ ਕਹਿਣ ਦਾ ਇਹ ਹੱਕ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਇਆ ਹੈ। ਉਹਨਾਂ ਦੀ ਉਹ ਗਵਾਹੀ ਹੁੰਦੀ ਹੈ। ਤੇ ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਜਿਹੜਾ ਆਨੰਦ ਕਾਰਜ ਹੈ ਨਾ, ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਪਰ ਇਹ 30 ਅਕਤੂਬਰ 1908-9 ਦੇ ਵਿੱਚ ਕਾਹਨ ਸਿੰਘ ਨਾਭਾ ਦੀ ਬਦੌਲਤ ਮਹਾਰਾਜਾ ਰਿਪਦੰਬਰ ਸਿੰਘ ਦੀ ਰੇਖ ਹੇਠ ਇਹ ਜਿਹੜਾ ਆਨੰਦ ਕਾਰਜ ਮੈਰਿਜ ਐਕਟ ਸੀ ਨਾ, ਇਹ ਲਾਗੂ ਕੀਤਾ ਗਿਆ ਸੀ। 2007 ਦੇ ਵਿੱਚ ਪਾਕਿਸਤਾਨ ਦੇ ਵਿੱਚ ਇਹਨੂੰ ਆਨੰਦ ਮੈਰਿਜ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਤੇ ਹੁਣ ਤੱਕ ਲਾਗੂ ਹੈ। ਉਹਨਾਂ ਨੂੰ ਗੁਰਦੁਆਰੇ ਆਨੰਦ ਕਾਰਜ ਕਰਵਾ ਕੇ ਦੁਬਾਰਾ ਕਚਹਿਰੀਆਂ ਦੇ ਵਿੱਚ ਪਰਮਿਸ਼ਨ ਲੈਣ ਦੀ ਲੋੜ ਨਹੀਂ। ਪਰ ਜਦੋਂ ਸਾਡਾ ਸੰਵਿਧਾਨ ਬਣਿਆ ਸੰਨ 47 ਤੋਂ ਬਾਅਦ, ਤੇ ਫਿਰ ਉਹ ਸੰਵਿਧਾਨ ਬਣਦਿਆਂ ਹੀ ਜਿਹੜੇ ਵਾਅਦੇ ਸਿੱਖਾਂ ਦੇ ਨਾਲ ਗਾਂਧੀ, ਨਹਿਰੂ ਆਦਿ ਸਭ ਨੇ ਕੀਤੇ, ਸਭ ਤੋਂ ਪਹਿਲਾਂ ਉਹਨਾਂ ਨੇ ਕੰਮ ਇਹ ਕੀਤਾ ਕਿ ਵੀ ਜਿਹੜਾ ਆਨੰਦ ਮੈਰਿਜ ਐਕਟ ਹੈ ਨਾ, ਇਹਨੂੰ ਖਤਮ ਕੀਤਾ ਜਾਏ। ਭਾਰਤ ਦੀ ਸੰਵਿਧਾਨ 25 ਧਾਰਾ ਦੇ ਤਹਿਤ ਸਾਨੂੰ ਸਿੱਖਾਂ ਨੂੰ ਜੈਨੀ, ਬੋਧੀ ਤੇ ਹਿੰਦੂ ਘੋਸ਼ਿਤ ਕਰ ਦਿੱਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਸਾਨੂੰ ਹਿੰਦੂ ਘੋਸ਼ਿਤ ਕਰਦੇ ਆ ਰਹੇ ਨੇ। ਆਨੰਦ ਕਾਰਜ ਤੁਹਾਡੇ ਗੁਰਦੁਆਰੇ ਹੋਣਗੇ। ਜਹਾਜ਼ੇ ਚੜ੍ਹ ਕੇ ਅਮਰੀਕਾ ਤਾਂ ਪਹੁੰਚੋਗੇ ਜੇ ਤੁਸੀਂ ਕੋਰਟ ਵਿੱਚ ਤੁਹਾਡੇ ਕੋਲ ਸਰਟੀਫਿਕੇਟ ਹੋਵੇਗਾ। ਕਿ ਇਹਦੇ ਵੱਲ ਵੀ ਸਾਡੀ ਕੌਮ ਨੂੰ ਧਿਆਨ ਦੇਣਾ ਬਣਦਾ ਹੈ। ਪਰ ਅਸੀਂ ਤੇ ਜਦੋਂ ਕੋਈ ਲੀਡਰ ਸ਼ੀਡਰ ਸਾਡੇ ਜੀ ਪਿੰਡ ਦਾ ਵਿਕਾਸ ਹੋ ਜੇ, ਇੱਕ ਬਾਪੂ ਨੂੰ ਪੁੱਛਦਾ ਪੱਤਰਕਾਰ, ਕਹਿੰਦੇ ਤੁਹਾਡੇ ਪਿੰਡ ਦਾ ਵਿਕਾਸ ਹੋਇਆ?
ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕਿ ਕੀ ਹੁੰਦਾ, ਕਿ ਕਾਹਦੇ ਨਾਲ ਖਾਈਦਾ। ਉਹਨੇ ਤਾਂ ਕਹਿਣਾ ਹੀ ਸੀ ਕਿ ਕੋਈ ਪਿੰਡ ਵਿੱਚ ਹੋਇਆ ਹੀ ਕੱਖ ਨਹੀਂ। ਕਹਿੰਦਾ ਮੈਨੂੰ ਤਾਂ ਪਤਾ ਹੀ ਕੋਈ ਨਹੀਂ। ਵੀ ਆਪਾਂ ਇੱਥੋਂ ਤੱਕ ਹੀ ਨਾ ਰੁਕੀਏ। ਆਪਾਂ ਜੋ ਸਾਡੇ ਕੌਮੀ ਮਸਲੇ ਨੇ ਤੇ ਜਦੋਂ ਕੋਈ ਅਹੁਦੇ ਤੇ ਪਹੁੰਚਦਾ ਅਸੀਂ ਪਹੁੰਚਾਉਂਦੇ ਹਾਂ ਤਾਂ ਆਪਣੀਆਂ ਆਹ ਮੰਗਾਂ ਅੱਗੇ ਰੱਖੀਏ ਤਾਂ ਕਿ ਅਸੀਂ ਆਜ਼ਾਦੀ ਦਾ ਕੋਈ ਨਾ ਕੋਈ ਹੱਲ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰੀਏ। ਸੋ ਆਓ ਜਿਹੜੀ ਬਾਣੀ ਗੁਰੂ ਅਮਰਦਾਸ ਸਿੰਘ ਜੀ ਨੇ ਉਚਾਰਨ ਕੀਤੀ ਹੈ, ਮੇਰੇ ਸਤਿਗੁਰਾਂ ਨੇ ਇਸ ਪੂਰੇ ਸ਼ਬਦ ਬੰਦ ਵਿੱਚ ਸਰੀਰ ਨੂੰ ਸੰਬੋਧਨ ਜਿੱਥੇ ਕੀਤਾ ਹੈ ਉੱਥੇ ਮੇਰੇ ਸਤਿਗੁਰੂ ਜੀ ਗੱਲ ਮੰਨਦੀ ਵੀ ਕਰਦੇ ਨੇ, ਕਿਉਂਕਿ ਜਿਨ੍ਹਾਂ ਦਾ ਅੱਜ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ ਉਹਨਾਂ ਨੇ ਇਸ ਸਰੀਰ ਨੂੰ ਲੇਖੇ ਲਾਇਆ ਹੈ। ਹੈਰਾਨਗੀ ਦੀ ਗੱਲ ਕਿ ਮੇਰੇ ਸਤਿਗੁਰੂ ਜੀ ਕਿੰਨੇ ਸਮਰੱਥ ਨੇ ਗੁਰੂ ਪਾਤਸ਼ਾਹ ਜੀ ਕਿ ਅੱਜ ਉਹਨਾਂ ਦਾ ਜਨਮ ਦਿਹਾੜਾ ਵੀ ਮਨਾ ਰਹੇ ਹਾਂ ਤੇ ਪੰਕਤੀ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਲੜੀਵਾਰ ਵਿਚਾਰ ਚੱਲ ਰਹੀ ਹੈ। ਤੋ ਧੰਨ ਧੰਨ ਬਾਬਾ ਦੀਪ ਸਿੰਘ ਜੀ, ਭਾਈ ਭਗਤਾ ਜੀ ਜਾਂ ਬਾਬਾ ਭਗਤਾ ਜੀ ਤੇ ਮਾਤਾ ਜਿਉਣੀ ਜੀ, ਤਿੰਨਾਂ ਦੀ ਕੁੱਖ ਤੋਂ 1682 ਤੇ 26 ਜਨਵਰੀ ਨੂੰ ਪਿੰਡ ਪਾਹੋਵਿੰਡ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਦੇ ਲਾਗੇ ਇਸ ਮਹਾਨ ਯੋਧੇ ਦਾ ਜਿਹੜਾ ਜਨਮ ਹੁੰਦਾ ਹੈ। ਤੋ ਜਿਸ ਸਮੇਂ ਬਾਬਾ ਦੀਪ ਸਿੰਘ ਜੀ, ਕਿਉਂਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਹੜੇ ਹਨ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਰਾਜੇ ਨੇ। ਜਿਹੜਾ ਐਤਕੀ ਦਾ ਹੋਲਾ ਮਹੱਲਾ ਆ ਰਿਹਾ ਹੈ, ਕਿਉਂਕਿ ਉਦੋਂ ਬਾਬਾ ਦੀਪ ਸਿੰਘ ਜੀ ਅਤੇ ਮਾਝੇ ਦੀਆਂ ਸੰਗਤਾਂ ਨੇ ਦੇਖਿਆ ਕਿ ਮਾਰਚ ਮਹੀਨਾ ਹੋਲਾ ਮਹੱਲਾ ਆ ਰਿਹਾ ਤੇ ਬਾਬਾ ਦੀਪ ਸਿੰਘ ਜੀ ਪਹਿਲਾ ਨਾਮ ਬਚਪਨ ਦਾ ਦੀਪਾ ਉਹ ਵੀ ਆਪਣੇ ਮਾਤਾ ਪਿਤਾ ਨੂੰ ਤੇ ਨਾਲ ਦੇ ਸਾਥੀਆਂ ਨੂੰ ਪਿੰਡ ਦੇ ਲੋਕ ਸੰਗਤਾਂ ਨੂੰ ਕਹਿੰਦਾ ਵੀ ਅੱਜ ਮੈਂ ਵੀ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਜਾਣਾ, ਬਾਜਾਂ ਵਾਲੇ ਪ੍ਰੀਤਮ ਗੁਰੂ ਦੇ ਮੈਂ ਵੀ ਦਰਸ਼ਨ ਕਰਨੇ ਨੇ। ਇਤਿਹਾਸਕਾਰ ਲਿਖਦੇ ਨੇ ਕਿ ਉਸ ਸੰਗਤ ਦੇ ਇਕੱਠ ਦੇ ਨਾਲ ਮਾਤਾ ਪਿਤਾ ਦੇ ਨਾਲ ਭਾਈ ਦੀਪਾ ਵੀ ਪਹੁੰਚਿਆ ਤੇ ਜਦੋਂ ਗੁਰਦੇਵ ਦੇ ਦਰਸ਼ਨ ਕੀਤੇ ਸਤਿਗੁਰੂ ਜੀ ਪੁੱਛਦੇ ਨੇ ਮਾਤਾ ਜਿਉਣੀ ਤੇ ਬਾਬੇ ਭਗਤੇ ਨੂੰ ਕਿ ਭਾਈ ਬੱਚਾ ਬੜਾ ਹੋਣਹਾਰ ਹੈ ਔਰ ਇਹਦਾ ਨਾਮ ਕੀ ਹੈ? ਕਹਿਣ ਲੱਗੇ ਜੀ ਦੀਪਾ। ਇਤਿਹਾਸ ਕਹਿੰਦਾ, ਪਾਤਸ਼ਾਹ ਕਹਿੰਦੇ ਇਹ ਸੱਚਮੁੱਚ ਦੀਪ ਹੈ ਤੇ ਇਹ ਦੀਪਕ ਦੇ ਵਾਂਗੂ ਚਮਕੇਗਾ। ਇਹ ਗੁਰੂ ਦਾ ਬਚਨ ਸੀ। ਇਤਿਹਾਸ ਕਹਿੰਦਾ ਵੀ 18-19 ਸਾਲਾਂ ਦੀ ਉਮਰ ਹੋਈ ਤੇ ਬਾਬਾ ਦੀਪ ਸਿੰਘ ਜੀ ਤੇ ਰਹਿਮਤਾਂ ਬਖਸ਼ੀਆਂ ਤੇ ਕਹਿਣ ਲੱਗੇ ਕਿ ਮੈਂ ਹੁਣ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਕੋਲ ਹੀ ਰਹਿਣਾ ਹੈ। ਮਾਤਾ ਪਿਤਾ ਵਾਪਸ ਆ ਗਏ। ਬੜਾ ਲੰਮਾ ਸਮਾਂ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ ਨੇ। ਉੱਥੇ ਹੀ ਭਾਈ ਮਨੀ ਸਿੰਘ ਜੀ ਦੀ ਸੰਗਤ ਕੀਤੀ, ਕਿਉਂਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਪਹਿਲਾਂ ਹੁੰਦੀ ਹੈ ਤੇ ਬਾਬਾ ਦੀਪ ਸਿੰਘ ਜੀ ਦੀ ਬਾਅਦ ਵਿੱਚ ਹੁੰਦੀ ਹੈ। ਉੱਥੇ ਰਹਿ ਕੇ ਹੀ ਫਾਰਸੀ ਭਾਸ਼ਾ ਵੀ ਸਿੱਖੀ, ਸ਼ਸਤਰ ਵਿਦਿਆ ਅਭਿਆਸ ਵੀ ਸਿੱਖਿਆ, ਪਰ ਕੁਝ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਪਹਿਲੋਂ ਜਾਣਦੇ ਸਨ। ਪਰ ਜਦੋਂ ਸਤਿਗੁਰੂ ਜੀ ਕਹਿੰਦੇ ਕਿ ਘੋੜ ਸਵਾਰੀ ਸ਼ਸਤਰ ਵਿਦਿਆ ਆਉਂਦੀ ਹੈ ਤੇ ਉੱਥੋਂ ਦੇ ਸਿੰਘਾਂ ਤੇ ਗੁਰਸਿੱਖਾਂ ਨੂੰ ਵੇਖ ਕੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਜਿੱਦਾਂ ਦੀ ਤੁਹਾਨੂੰ ਤੇ ਤੁਹਾਡੇ ਸਿੰਘਾਂ ਨੂੰ ਆਉਂਦੀ ਹੈ ਪਾਤਸ਼ਾਹ ਜੀ ਉਹਨਾਂ ਦੀ ਤਾਂ ਮੈਂ ਬਰਾਬਰੀ ਕਰ ਸਕਦਾ। ਇਹਨੂੰ ਕਹਿੰਦੇ ਨੇ ਗੁਰਦੁਆਰਾ ਸਾਹਿਬ ਗੁਰੂ ਕੋਲ ਆ ਕੇ ਨਿਮਰਤਾ ਨੂੰ ਜ਼ਾਹਰ ਕਰਨਾ ਤੇ ਹੰਕਾਰ ਨਾ ਪ੍ਰਗਟ ਕਰਨਾ। ਗੁਰਦੁਆਰੇ ਆਉਣ ਦਾ ਮਤਲਬ ਹੀ ਇਹ ਹੁੰਦਾ ਕਿ ਤੂੰ ਪ੍ਰਗਟ ਹੋ ਜੇ ਤੇ ਮੈਂ ਖਤਮ ਹੋ ਜੇ। ਇਹ ਤੂੰ ਅੱਗੇ ਮੈਂ ਬੋਲਣਾ। ਹੁਣ ਗੁਰਦੁਆਰੇ ਆ ਕੇ ਮੈਂ ਪ੍ਰਗਟ ਹੋ ਜਾਂਦੀ ਹੈ ਤੇ ਤੂੰ ਖਤਮ ਹੋ ਜਾਂਦਾ ਹੈ। ਤੂੰ ਕੌਣ ਹੈ? ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾ ਤਦ ਤੂੰ। ਇਹ ਬਾਣੀ ਦਾ ਫੈਸਲਾ ਸਭ ਲਈ ਹੈ। ਇਹ ਵੀ ਮੈਂ ਤੁਹਾਨੂੰ ਕਹਿ ਰਿਹਾ, ਮੇਰੇ ਤੇ ਵੀ ਲਾਗੂ ਹੁੰਦਾ ਸਭ ਤੇ।
ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ, ਬਾਬਾ ਦੀਪ ਸਿੰਘ ਜੀ ਨਿਹਾਲ ਹੋਏ। ਪਰ ਕਹਿੰਦੇ ਮਾਤਾ ਦੀ ਬੜੀ ਵੱਡੀ ਦੇਣ ਸੀ। ਤਿੰਨ ਚੀਜ਼ਾਂ ਹੁੰਦੀਆਂ ਨੇ, ਪਿਤਾ ਦੇ ਵੱਲੋਂ ਆਹਾਰ ਮਿਲਦਾ ਹੈ ਤੇ ਮਾਂ ਦੇ ਵੱਲੋਂ ਵਿਚਾਰ ਮਿਲਦੀ ਹੈ ਤੇ ਗੁਰੂ ਦੇ ਕੋਲੋਂ ਪਿਆਰ ਮਿਲਦਾ ਹੈ। ਹੁਣ ਬਾਬਾ ਦੀਪ ਸਿੰਘ ਜੀ ਨੂੰ ਵਿਚਾਰ ਜਿਹੜੇ ਚੰਗੇ ਖਿਆਲ ਮਿਲੇ ਨਾ, ਉਹ ਮਾਤਾ ਦੇ ਕੋਲੋਂ ਮਿਲੇ। ਇਸੇ ਲਈ ਗੁਰਬਾਣੀ ਵਿੱਚ ਮਾਤਾ ਦੇ ਵੱਲ ਬਹੁਤ ਜ਼ੋਰ ਦਿੱਤਾ ਗਿਆ, ਕਿਉਂਕਿ ਮਾਂ ਦਾ ਬੱਚੇ ਦੇ ਪ੍ਰਤੀ, ਭਾਵੇਂ ਬਹੁਤ ਮਾਵਾਂ ਨੇ ਉਹਨਾਂ ਦਾ ਅੰਮ੍ਰਿਤ ਨਹੀਂ ਛਕਿਆ, ਪਰ ਇੱਥੋਂ ਤੱਕ ਮੈਂ ਸੁਣਿਆ ਉਹ ਮਾਵਾਂ ਅਰਦਾਸ ਇਹ ਕਰਦੀਆਂ ਕਿ ਸੱਚੇ ਪਾਤਸ਼ਾਹ ਮੇਰੇ ਬੱਚੇ ਨੂੰ ਤੋਂ ਜ਼ਰੂਰ ਸਿੱਖੀ ਬਖਸ਼ੀ। ਪਰ ਜੇ ਅਸੀਂ ਆਪਣੇ ਫਰਜ਼ ਤੋਂ ਭੱਜ ਜਾਂਦੇ ਹਾਂ, ਨਹੀਂ ਜੀ ਇਹ ਵੱਡੇ ਹੋ ਕੇ ਕੇਸ ਕਟਾ ਦੂ, ਵੱਡਾ ਹੋ ਕੇ ਜੋ ਮਰਜ਼ੀ ਕਰੇ, ਪਰ ਅਸੀਂ ਆਪਣੇ ਫਰਜ਼ ਤੋਂ ਨਹੀਂ ਭੱਜਣਾ। ਫਰਜ਼ ਦੇ ਅਰਥ ਹੀ ਧਰਮ ਹੁੰਦੇ ਨੇ। ਹੁਣ ਮਾਤਾ ਜਿਉਣੀ ਨੇ ਜਿਹੜੇ ਵਿਚਾਰ ਆਪਣੇ ਪੁੱਤਰ ਦੀਪੇ ਨੂੰ ਦਿੱਤੇ ਨਾ, ਮਾਂ ਵਿਚਾਰ ਦੇ ਰਹੀ ਹੈ ਤੇ ਪਿਤਾ ਆਹਾਰ ਦੇ ਰਿਹਾ। ਆਹਾਰ ਦੇ ਅਰਥ ਨੇ ਪਿਓ ਦਾ ਕੰਮ ਹੈ ਮਿਹਨਤ ਕਿਰਤ ਕਮਾਈ ਕਰਕੇ ਘਰ ਨੂੰ ਚਲਾਉਂਦਾ, ਹਿੱਸਾ ਬਰਾਬਰ ਪਤਨੀ ਦਾ ਵੀ ਹੈ ਬਹੁਤ ਵੱਡਾ। ਪਰ ਜਦੋਂ ਇਹ ਦੋ ਚੀਜ਼ਾਂ ਇਕੱਤਰ ਹੁੰਦੀਆਂ ਤੇ ਫਿਰ ਗੁਰੂ ਦਾ ਪਿਆਰ ਮਿਲਿਆ। ਵਾਕਈ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਸਮਾਂ ਆਪਣੀ ਚਾਲੇ ਤੁਰਦਾ ਹੈ। ਕਾਫੀ ਸਮਾਂ ਸਤਿਗੁਰੂ ਜੀ ਇੱਥੇ ਰਹੇ ਸਨ। 1704 ਦੇ ਵਿੱਚ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਉਸ ਤੋਂ ਪਹਿਲੋਂ ਬਾਬਾ ਦੀਪ ਸਿੰਘ ਜੀ ਜਿਹੜੇ ਸਨ ਉਹ ਇਧਰ ਅੰਮ੍ਰਿਤਸਰ ਦੀ ਧਰਤੀ ਤੇ ਆ ਵਸੇ ਨੇ, ਕਿਉਂਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਆਪ ਜੀ ਜਾਓ, ਮਾਤਾ ਪਿਤਾ ਦੀ ਵੀ ਸੇਵਾ ਕਰੋ ਤੇ ਮਾਝੇ ਦੇ ਇਲਾਕੇ ਦੇ ਵਿੱਚ ਸਿੱਖੀ ਕੇਂਦਰ ਸਥਾਪਿਤ ਕਰੋ। ਸਿੱਖੀ ਦਾ ਪ੍ਰਚਾਰ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਹੈ। ਤੋ ਆਪਾਂ ਵੇਖਦੇ ਹਾਂ, ਇਤਿਹਾਸ ਪੜ੍ਹਦੇ ਹਾਂ ਕਿ 4 ਜੰਗਾਂ ਹੁੰਦੀਆਂ ਨੇ ਤੇ ਛੋਟੀਆਂ ਮੋਟੀਆਂ ਜੰਗਾਂ ਬਹੁਤ ਹੋਈਆਂ, ਪਰ ਜੇ ਸਾਰੀਆਂ ਜੰਗਾਂ ਨੂੰ ਆਪਾਂ ਰਲਾ ਕੇ ਚੱਲੀਏ ਤੇ 14 ਜੰਗਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀਆਂ। ਜਦੋਂ ਸਤਿਗੁਰੂ ਜੀ ਮਾਲਵੇ ਦੀ ਧਰਤੀ ਤੋਂ ਹੁੰਦਿਆਂ ਹੋਈਆਂ ਮੇਰੇ ਪਾਤਸ਼ਾਹ ਜੀ ਇਧਰ ਦੀਨਾ ਕਾਂਗੜ ਖਿਦਰਾਣੇ ਦੀ ਢਾਬ ਤੇ ਜੰਗ ਹੁੰਦਾ ਹੈ। ਸਤਿਗੁਰੂ ਜੀ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਤਲਵੰਡੀ ਸਾਬੋ ਅੱਜ ਜ਼ਿਲ੍ਹਾ ਬਠਿੰਡਾ ਉੱਥੇ ਪਹੁੰਚਦੇ ਨੇ। ਤੋ ਇੱਥੇ ਰਹਿ ਕਰਕੇ ਜਦੋਂ ਸਤਿਗੁਰੂ ਜੀ ਆਏ ਨਾ, ਤਾਂ ਫਿਰ ਜਿਹੜੇ ਗੁਰਸਿੱਖ ਸਨ, ਜਿਹੜੀਆਂ ਸੰਗਤਾਂ ਸਨ, ਉਹਨਾਂ ਆਖਿਆ ਸੀ ਪਾਤਸ਼ਾਹ ਆਪ ਜੀ ਨੂੰ ਅਰਜ਼ ਕੀਤੀ ਸੀ ਕਿ ਗੁਰਬਾਣੀ ਦੇ ਅਰਥ ਬੋਧ, ਗੁਰਬਾਣੀ ਦੀ ਸਮਝ ਕਿਰਪਾ ਕਰੋ। ਤੇ ਆਪ ਜੀ ਨੇ ਆਖਿਆ ਸੀ ਕਿ ਸਿੰਘੋ ਜੰਗਾਂ ਯੁੱਧਾਂ ਦਾ ਸਮਾਂ ਹੈ, ਇਹ ਜਿਹੜਾ ਕਾਰਜ ਗੁਰੂ ਪਰਮੇਸ਼ਰ ਵੱਲੋਂ ਮਿਲਿਆ ਹੈ, ਇਹਦੀ ਸੰਪੂਰਨਤਾ ਤੋਂ ਬਾਅਦ ਫਿਰ ਆਪਾਂ ਗੁਰਬਾਣੀ ਦੇ ਅਰਥ ਬੋਧ ਜਿਹੜੇ ਉਹ ਤੁਹਾਨੂੰ ਦੱਸਾਂਗੇ। ਤੇ ਸੰਗਤ ਨੇ ਆਖਿਆ ਫਿਰ ਹੁਣ ਕਿਰਪਾ ਕਰੋ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਦੇ ਮਾਲਕ ਇੱਥੇ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਸਾਹਿਬ ਜੀ ਨੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਸੀ ਨਾ, ਉਹਨੂੰ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰਨਾ ਸੀ। ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ, ਇੱਕ ਤੇ 9ਵੇਂ ਮਹੱਲੇ ਦੇ ਸ਼ਲੋਕ ਹੋ ਗਏ, ਹੋਰ ਵੀ ਬੜੀ ਬਾਣੀ ਗੁਰੂ ਸਾਹਿਬ ਜੀ ਦੀ। ਤਾਂ ਉਸ ਸਮੇਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਜਿਹੜੀ ਕਲਮਾ ਘੜਨ ਦੀ ਜਿਹੜੀ ਸੇਵਾ ਹੈ, ਭਾਈ ਮਨੀ ਸਿੰਘ ਜੀ ਵੀ ਲਿਖਾਰੀ ਨੇ। ਇਤਿਹਾਸ ਜਦੋਂ ਤੁਸੀਂ ਪੜ੍ਹਦੇ ਹੋ ਫਿਰ ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਮਿਲਦਾ ਤੇ ਉਹ ਬਾਹੂਵੰਡ ਪਿੰਡ ਤੋਂ ਚੱਲ ਕੇ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਆਉਂਦੇ ਨੇ। ਕਿਉਂਕਿ ਇਤਿਹਾਸਕਾਰ ਕਹਿੰਦੇ ਨੇ ਜਦੋਂ ਬਾਬਾ ਦੀਪ ਸਿੰਘ ਅਨੰਦਪੁਰ ਸਾਹਿਬ ਤੋਂ ਚੱਲਣ ਲੱਗੇ ਤੇ ਕਹਿੰਦੇ ਪਿਤਾ ਜੀ ਸਤਿਗੁਰੂ ਜੀ ਮੇਰੇ ਲਈ ਕੀ ਸੇਵਾ ਹੈ। ਤੇ ਸਤਿਗੁਰਾਂ ਨੇ ਆਖਿਆ ਸੀ ਕਿ ਦੀਪ ਸਿੰਘ ਜੀ ਤੇਰੇ ਲਈ ਵੀ ਸੇਵਾ ਰੱਖੀ ਹੈ, ਜਦੋਂ ਸਮਾਂ ਆਏਗਾ ਤੇ ਤੁਹਾਨੂੰ ਦੱਸਾਂਗੇ। ਉਹ ਵੀ ਹੁਣ ਸਮਾਂ ਆਣ ਪਹੁੰਚਿਆ। ਇਹ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋਏ, ਪਰਿਵਾਰ ਵਿਛੜਿਆ, ਪਰਿਵਾਰ ਵਿਛੋੜਾ, ਅਨੰਦਪੁਰ ਸਭ ਕੁਝ
ਇਹਦਾ ਮਤਲਬ ਇਹ ਨਹੀਂ ਕਿ ਬਾਬਾ ਦੀਪ ਸਿੰਘ ਜੀ ਨੂੰ ਪਤਾ ਨਹੀਂ, ਪਤਾ ਸਭ ਕੁਝ, ਪਰ ਗੁਰੂ ਦਾ ਜਿਹੜਾ ਹੁਕਮ ਸੀ ਨਾ, ਉਸ ਹੁਕਮ ਦੇ ਵਿੱਚ ਬੱਝੇ ਹੋਏ ਨੇ। ਰੋਜ਼ ਪੜ੍ਹਦੇ ਹਾਂ ਆਪਾਂ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਅਸੀਂ ਤੁਸੀਂ ਜਿੰਨੇ ਸਾਰੇ ਹੁਕਮ ਦੇ ਵਿੱਚ ਆ, ਪਰ ਜਦੋਂ ਹੁਕਮ ਤੋਂ ਬਾਹਰ ਹੋ ਜਾਈਏ ਉਦੋਂ ਸੁਭਾਵਿਕ ਹੈ ਬੰਦੇ ਦਾ ਦੁਖੀ ਹੋਣਾ। ਜਿਸ ਮੁਲਕ ਵਿੱਚ ਰਹਿੰਦੇ ਹੋ, ਹੁਕਮ ਕਹਿ ਲਓ, ਰੂਲ ਕਹਿ ਲਓ, ਆਪਾਂ ਮਰਿਆਦਾ ਕਹਿ ਦਿੰਦੇ ਹਾਂ। ਜਦੋਂ ਵੀ ਕੋਈ ਆਪਾਂ ਰੂਲ ਤੋੜਦੇ ਹਾਂ ਤੇ ਫਿਰ ਦੁਖੀ ਹੁੰਦੇ ਹਾਂ। ਇਸ ਲਈ ਬਾਹਰਲੀ ਤੌਰ ਤੇ ਬੰਦਾ ਰੂਲ ਤੋੜਨ ਤੋਂ ਬੜਾ ਡਰਦਾ ਹੈ, ਉਹਦੇ ਨਾਲ ਉਪਜੀਵਕਾ, ਉਹਦੇ ਨਾਲ ਹੋਰ ਬੜਾ ਕੁਝ ਬੰਦ ਹੋ ਸਕਦਾ ਹੈ। ਪਰ ਜਦੋਂ ਗੁਰੂ ਦਾ ਰੂਲ, ਗੁਰੂ ਦਾ ਹੁਕਮ ਹੈ, ਉਸ ਵਕਤ ਬੰਦਾ ਅਵੇਸਲਾ ਹੋ ਜਾਂਦਾ ਹੈ। ਖੈਰ ਬੇਨਤੀ ਕਰਾਂ ਜਿੰਨੀ ਕੁ ਮੈਨੂੰ ਸਮਝ ਹੈ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ, ਭਾਵੇਂ ਸਤਿਗੁਰਾਂ ਨੇ ਇੱਥੇ ਆਖਿਆ ਸੀ ਕਿ ਆਪ ਜੀ ਧੀਰ ਬੰਦੀਆਂ ਦੇ ਕੋਲ ਜਾਓ, ਉਹਨਾਂ ਤੋਂ ਉਹ ਸਰੂਪ ਤੁਸੀਂ ਲਿਆਓ, ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਉਹ ਕਹਿੰਦੇ ਜੇ ਗੁਰੂ ਇੰਨਾ ਹੀ ਵੱਡਾ, ਗੁਰੂ ਇੰਨਾ ਹੀ ਮਹਾਨ ਹੈ ਤੇ ਆਪਣੇ ਹੱਥੀਂ ਬਾਣੀ ਲਿਖੇ ਤੇ ਬਾਣੀ ਉਚਾਰਨ ਕਰ ਲਏ। ਗੁਰੂ ਸਾਹਿਬ ਜੀ ਨੇ ਝਗੜਾ ਨਹੀਂ ਕੀਤਾ। ਪਾਤਸ਼ਾਹ ਨੇ ਫਿਰ ਉਸੇ ਸਮੇਂ ਬਾਬਾ ਦੀਪ ਸਿੰਘ ਜੀ ਆਏ, ਪਾਵਨ ਸਰੂਪ ਜਿਨ੍ਹਾਂ ਅੱਜ ਪ੍ਰਕਾਸ਼ਮਾਨ ਜੀ ਦੇ ਤੁਸੀਂ ਦਰਸ਼ਨ ਕਰਦੇ ਹੋ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ, ਤੇ ਇਹ ਉਹੀ ਭੀੜ, ਉਹੀ ਸਰੂਪ ਹੈ। ਇਸ ਲਈ ਆਪਾਂ ਇਹਨੂੰ, ਤੁਸੀਂ ਸ਼ੁਰੂ ਵਿੱਚ ਜਦੋਂ ਪੜ੍ਹੋਗੇ ਨਾ ਇਹਨੂੰ ਤਤਕਰਾ, ਤਾਂ ਰੰਗੀਨ ਪੇਜ ਤੇ ਲਿਖਿਆ ਹੈ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਮਦਮਾ ਸਾਹਿਬ ਵਾਲੀ ਭੀੜ। ਇਹਦੇ ਵਿੱਚ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਵਾਦ ਘਾਟ ਕਰਨ ਦਾ ਕੋਈ ਵੀ ਹੱਕ ਨਹੀਂ ਹੈ। ਖੈਰ ਸਤਿਗੁਰਾਂ ਨੇ ਕਿਰਪਾ ਕੀਤੀ, ਇਸ ਪਾਵਨ ਸਰੂਪ ਦੀ ਸੰਪੂਰਨਤਾ ਹੋਈ ਤੇ ਇਸੇ ਧਰਤੀ ਤੇ ਰਹਿ ਕੇ ਦਮਦਮਾ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ। ਇਤਿਹਾਸਕਾਰ ਕਹਿੰਦੇ 9 ਮਹੀਨੇ 9 ਘੜੀਆਂ 9 ਦਿਨ 9 ਪਲ ਆਦਿਕ ਇੰਨਾ ਸਮਾਂ ਇੱਥੇ ਗੁਜ਼ਾਰਿਆ ਤੇ ਇੱਥੇ ਹੀ ਭਾਈ ਡੱਲਾ ਆਇਆ ਸੀ। ਬੜੇ ਕੌਤਕ ਵਰਤੇ ਨੇ ਇੱਥੇ, ਤੇ ਮੈਨੂੰ ਦਮਦਮਾ ਸਾਹਿਬ ਲਗਭਗ ਤਕਰੀਬਨ 8-9 ਸਾਲ ਲਗਾਤਾਰ ਉੱਥੇ ਰਹਿ ਕੇ ਵਿਦਿਆ ਸਿੱਖਣ ਦਾ ਮਾਣ ਮੈਨੂੰ ਉੱਥੋਂ ਮਿਲਿਆ ਹੈ। ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਸੱਚਮੁੱਚ ਜਿਹੜੇ ਬਿਲਕੁਲ ਸਕੂਲ ਗਏ ਨਹੀਂ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਕੂਲ ਕੀ ਹੁੰਦਾ, ਜਿਹੜੇ ਅਨਾਥ ਬੱਚੇ ਅੱਜ ਵੀ ਗੁਰੂ ਕਾਸ਼ੀ ਦਮਦਮਾ ਸਾਹਿਬ ਵਿਖੇ ਸੰਤ ਅਗਰ ਸਿੰਘ ਜੀ ਮਹਾਂਪੁਰਸ਼ ਦਮਦਮ ਜਿਹੜੇ ਮਸਤੂਆਣੇ ਵਾਲੇ, ਉਹਨਾਂ ਦੇ ਨਾਮ ਤੇ ਅੱਜ ਵੀ ਉੱਥੇ ਵਿਦਿਆਲਾ ਬਣਿਆ ਹੈ। ਜਿਹੜੇ ਅਨਾਥ ਬੱਚੇ ਜਿਨ੍ਹਾਂ ਨੂੰ ਕੋਈ ਵੀ ਪੁੱਛਦਾ ਨਹੀਂ, ਜਿਨ੍ਹਾਂ ਦੀ ਕੋਈ ਵੀ ਪਰਵਰਿਸ਼ ਨਹੀਂ ਨਾ ਕਰਦਾ, ਉਹਨਾਂ ਨੂੰ ਉੱਥੇ ਰਹਿ ਕੇ ਵਿਦਿਆ ਦਿੱਤੀ ਜਾਂਦੀ ਹੈ। ਲੜੀਵਾਰ ਸਰੂਪ, ਲੜੀਵਾਰ ਪੋਥੀਆਂ ਦੇ ਉੱਪਰ, ਮੈਂ ਹੰਕਾਰ ਨਹੀਂ ਕਰਦਾ, ਲੜੀਵਾਰ ਹੀ ਸਾਰੀ ਸੰਥਿਆ ਲਈ ਆ। ਹੱਥ ਲਿਖਤ ਵੀ ਤੁਸੀਂ ਇੱਥੇ ਸਰੂਪ ਰੱਖਦੇ ਹੋ, ਤੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਕਹਿਣਾ, ਮੈਂ ਉਹ ਵੀ ਪਾਠ ਕਰ ਲੈਣਾ ਹੱਥ ਲਿਖਤ। ਇਹ ਹੰਕਾਰ ਨਹੀਂ, ਸਿਰਫ ਤਾਂ ਦੱਸਦਾ ਕਿ ਜਿਹੜੇ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਦੇ ਉਹ ਪ੍ਰਤੱਖ ਨੇ। ਤੇ ਜਦੋਂ ਸਰੂਪ ਦੀ ਲਿਖਾਈ ਸ਼ੁਰੂ ਹੋਈ, ਅੱਜ ਹੀ ਮੈਂ ਪੜ੍ਹ ਰਿਹਾ ਸੀ, ਤਾਂ ਇਤਿਹਾਸਕਾਰ ਕਹਿੰਦੇ ਨੇ ਲਗਭਗ ਇੱਕ ਕੋਠਾ ਬਾਬਾ ਦੀਪ ਸਿੰਘ ਜੀ ਨੇ ਕਾਨੀਆਂ ਘੜ ਘੜ ਕੇ ਭਰ ਲਿਆ ਸੀ। ਇਹ ਲਿਖਤੀ ਰੂਪ ਵਿੱਚ ਹੈ, ਇੱਕ ਕੋਠਾ ਕਾਨੀਆਂ ਘੜ ਘੜ ਕੇ, ਕਾਨੀਆਂ ਦੀਆਂ ਕਾਨੀਆਂ ਉਹ ਪਰ ਪਹਿਲਾਂ ਹੀ ਭਰ ਲਿਆ ਉਹਨੂੰ। ਪਰ ਜਿਸ ਕਾਨੀ ਦੇ ਨਾਲ ਇੱਕ ਅੰਗ ਲਿਖਦੇ ਨੇ, ਉਸ ਕਾਨੀ ਨੂੰ ਦੁਬਾਰਾ ਘੜਦੇ ਨਹੀਂ, ਸਗੋਂ ਨਵੀਂ ਕਾਨੀ ਦੇ ਨਾਲ ਉਸ ਪੇਜ ਨੂੰ ਲਿਖਦੇ ਨੇ। ਲਿਖਾਈ ਦੇ ਬੜੇ ਮਹਾਨ ਤੇ ਬੜੀ ਸੁੰਦਰ ਉਹਨਾਂ ਦੀ ਲਿਖਾਈ ਸੀ। ਸਹਿਯੋਗੀ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਉਹਨਾਂ ਸਾਰੀਆਂ ਕਲਮਾਂ ਨੂੰ ਗੁਰੂ ਸਾਹਿਬ ਜੀ ਦਾ ਪਾਵਨ ਸਰੂਪ ਲਿਖਣ ਤੋਂ ਬਾਅਦ ਉਹਨੂੰ ਅਜਾਈ, ਉਹਨੂੰ ਵੇਸਟ ਨਹੀਂ ਕੀਤਾ। ਅੱਜ ਤੁਸੀਂ ਜਾਓ, ਗੁਰਦੁਆਰਾ ਲਿਖਣਸਰ ਸਾਹਿਬ ਬਣਿਆ, ਉਹ ਸਾਰੀਆਂ ਕਾਨੀਆਂ ਜਿਹੜੀਆਂ ਉਸ ਜਗ੍ਹਾ ਰੱਖੀਆਂ ਜਿੱਥੇ ਸਰੋਵਰ ਬਣਿਆ, ਇਤਿਹਾਸਕਾਰ ਤੇ ਕਹਿੰਦੇ ਉਹਦੇ ਵਿੱਚ ਭੇਟ ਕਰ ਦਿੱਤੀਆਂ ਸਨ। ਬਕਾਇਦਾ ਇਤਿਹਾਸਕਾਰਾਂ ਦੇ ਬਚਨ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਗੁਰੂ ਕੀ ਕਾਸ਼ੀ ਹੈ,
ਇੱਥੇ ਕਹਿੰਦੇ ਢੋਰ ਗਵਾਰ ਬਿਰਤੀ ਵਾਲਾ ਬੰਦਾ ਵੀ ਆ ਕੇ ਇੱਥੇ 35 ਅੱਖਰੀ ਲਿਖੇਗਾ। ਅੱਜ ਵੀ ਉਹ ਉੱਥੇ ਬੋਰਡ ਪਏ ਨੇ, ਥੱਲੇ ਉਹਨਾਂ ਨੇ ਮਿੱਟੀ ਆਦਿ ਕਹਿੰਦਾ ਵਿਛਾਈ ਹੈ। ਜੋ ਗੁਰਦੁਆਰੇ ਦੇ ਅੰਦਰ ਜਾਂਦੇ ਆ ਊੜਾ ਆੜਾ ਲਿਖਿਆ, ਤੇ ਜਿਹੜਾ ਉੱਥੇ ਜਾ ਕੇ ਉਹ ਲਿਖਦਾ ਨਾ ਊੜਾ ਆੜਾ ਗੁਰਮੁਖੀ ਭਾਸ਼ਾ, ਤੇ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਵੀ ਜਿਹੜੀ ਅਕਲ ਬੁੱਧ ਹੈ ਨਾ ਉਹ ਕੰਮ ਕਰਨ ਲੱਗ ਪੈਂਦੀ ਹੈ। ਬਿਹਾਰ, ਯੂਪੀ ਤੇ ਦੱਖਣ ਦੇ ਜਿਹੜੇ ਬੱਚੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬੀ ਕੀ ਹੁੰਦੀ ਹੈ, ਤੇ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠੀ ਸਿੰਘ ਬਣਦੇ ਨੇ, ਵਿਦਵਾਨ ਕਥਾਵਾਚਕ ਤੱਕ ਬਣਦੇ ਨੇ ਕਿ ਮੇਰੇ ਗੁਰੂ ਦੇ ਕੀਤੇ ਹੋਏ ਬਚਨ ਪੂਰੇ ਨਹੀਂ ਹੋਏ, ਮੇਰਾ ਗੁਰੂ ਸਮਰੱਥ ਹੈ, ਉਹਦੇ ਬਚਨ ਪੂਰੇ ਹੋਏ। ਤੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਤੁਹਾਡੀ ਸੇਵਾ ਹੁਣ ਇੱਥੇ ਦਮਦਮਾ ਸਾਹਿਬ ਤੁਸੀਂ ਰਹੋ। ਤੇ ਸਤਿਗੁਰਾਂ ਨੇ ਇੱਥੋਂ ਹੀ ਫਿਰ ਦੱਖਣ ਦੇ ਵੱਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਆਰੀ ਕਰ ਦਿੱਤੀ, ਤੇ ਇੱਥੇ ਭਾਈ ਡੱਲਾ ਚੱਲ ਕੇ ਆਇਆ ਸੀ। ਇਤਿਹਾਸ ਤੁਸੀਂ ਸੁਣਿਆ ਹੀ ਹੈ ਕਿ ਜਦੋਂ ਭਾਈ ਡੱਲਾ ਆਇਆ, ਕਹਿੰਦਾ ਪਾਤਸ਼ਾਹ ਜੀ ਬੱਚੇ ਸ਼ਹੀਦ ਹੋ ਗਏ, ਪਰਿਵਾਰ ਵਿਛੜ ਗਿਆ, ਅਨੰਦਪੁਰ ਸਾਹਿਬ ਦੇ ਉੱਪਰ ਹਮਲੇ। ਸਤਿਗੁਰੂ ਜੀ ਕਹਿੰਦੇ ਇਹ ਤਾਂ ਹੋਣਾ ਹੀ ਸੀ, ਮਾਲਕ ਦਾ ਹੁਕਮ ਸੀ। ਹੰਕਾਰ ਦੇ ਨਾਲ ਲੱਗਿਆ ਤਿੜਾ ਮਾਰਨ, ਕਹਿੰਦਾ ਮੈਨੂੰ ਯਾਦ ਕਰ ਲੈਂਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਨਹੀਂ, ਖਾਲਸਾ ਤੇ ਬਣਿਆ ਹੀ ਚੰਗਾ, ਯੁੱਧਾਂ ਵਾਸਤੇ ਹੈ। ਉਹ ਡੱਲਿਆ ਅਸੀਂ ਕਿਹੜਾ ਵਿਆਹਾਂ 'ਚ ਜਾਣਾ ਹੈ, ਹੁਣ ਯਾਦ ਕਰ ਲਾਂਗੇ। ਕੁਦਰਤ ਦੀ ਨੇਤ ਕਹਿੰਦੇ ਐਨੇ ਸਮੇਂ ਨੂੰ ਕੋਈ ਮਿਸਤਰੀ ਸਿੰਘ ਬੰਦੂਕ ਲੈ ਕੇ ਆ ਗਿਆ, ਵਿਧੀ ਬਣ ਗਈ, ਉਹਦੇ ਹੰਕਾਰ ਨੂੰ ਚੂਰ ਕਰਨਾ ਸੀ। ਬੰਦੂਕ ਲਿਆਂਦੀ, ਭੇਟ ਕੀਤੀ, ਅੱਜ ਵੀ ਪਈ ਹੈ ਦਮਦਮਾ ਸਾਹਿਬ, ਜਿਨ੍ਹਾਂ ਦਰਸ਼ਨ ਕੀਤੇ। ਤੋ ਸਤਿਗੁਰਾਂ ਦੇ ਕੋਲ ਭੇਟ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦੂਕ ਬੜੀ ਵਧੀਆ ਹੈ। ਡੱਲਾ ਕਹਿੰਦਾ ਹਾਂਜੀ ਬੰਦੂਕ ਤੇ ਵਾਕਈ ਬੜੀ ਭਾਰੀ ਲੱਗ ਰਹੀ ਹੈ, ਬੜੀ ਸੋਹਣੀ ਬਣੀ ਹੈ। ਸਤਿਗੁਰੂ ਜੀ ਕਹਿੰਦੇ ਜੀ ਹਥਿਆਰ ਨੂੰ ਤੇ ਮਿੱਤਰ ਨੂੰ ਪਰਖਣਾ ਠੀਕ ਹੁੰਦਾ ਹੈ। ਕਹਿੰਦਾ ਜੀ ਬਿਲਕੁਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਲਿਆ ਖਾਂ ਫਿਰ ਆਪਣੇ ਨਾਲ ਦੇ ਸਾਥੀ, ਉਹਨਾਂ ਦੀ ਪਰਖ ਕਰੀਏ। ਕਹਿੰਦੇ ਜੀ ਕਿੱਦਾਂ? ਸਤਿਗੁਰੂ ਕਹਿੰਦੇ ਸਾਹਮਣੇ ਇੱਕ ਇੱਕ ਨੂੰ ਖੜਾਉਣੇ ਆ, ਨਿਸ਼ਾਨਾ ਲਾ ਕੇ ਵੇਖਦੇ ਆ ਗੋਲੀ ਵਿੱਚ ਦੀ ਪਾਰ ਹੁੰਦੀ ਕਿ ਨਹੀਂ। ਡੱਲਾ ਚੁੱਪ ਹੋ ਗਿਆ। ਸਤਿਗੁਰੂ ਕਹਿੰਦੇ ਲਿਆ ਬੁਲਾ ਕੇ। ਜਦੋਂ ਬੁਲਾਉਣ ਗਿਆ ਉਹਨਾਂ ਨੂੰ ਪੁੱਛਿਆ ਤਨਖਾਹਾਂ ਤੇ ਰੱਖੇ ਹੋਏ, ਕਹਿੰਦੇ ਗੁਰੂ ਨੇ ਯਾਦ ਕੀਤਾ। ਉਹ ਕਹਿੰਦੇ ਜੰਗ ਯੁੱਧ ਕਰਨਾ, ਕਹਿੰਦੇ ਜੰਗ ਯੁੱਧ ਤੇ ਨਹੀਂ ਕਰਨਾ, ਕਿਸੇ ਨੇ ਬੰਦੂਕ ਭੇਟ ਕੀਤੀ ਹੈ, ਸਤਿਗੁਰਾਂ ਨੇ ਨਿਸ਼ਾਨਾ ਪਰਖਣਾ। ਕਹਿੰਦੇ ਕਿੱਥੇ? ਕਹਿੰਦੇ ਸਾਹਮਣੇ ਖਲੋਣਾ। ਕਹਿੰਦੇ ਤੂੰ ਪਾਗਲ ਹੋ ਗਿਆ? ਤੇ ਉਹ ਗੁਰੂ ਜਿਹੜਾ 10 ਲੱਖ ਦੀ ਗੜੀ ਦੇ ਵਿੱਚੋਂ ਦੁਸ਼ਮਣ ਦਾ ਟਾਕਰਾ ਕਰਕੇ ਲੰਘ ਕੇ ਆ ਗਿਆ, ਨਿਸ਼ਾਨਾ ਲਾਵੇ ਉੱਡਦੇ ਪੰਛੀ ਥੱਲੇ ਡੇਗ ਲਏ। ਅਸੀਂ ਇੰਨੇ ਵੱਡੇ ਮੂਹਰੇ ਜਦੋਂ ਖਲੋਵਾਂਗੇ ਅਸੀਂ ਢੇਰੀ ਨਾ ਹੋ ਜਾਵਾਂਗੇ, ਅਸੀਂ ਨਹੀਂ ਅਨਿਆਈ ਮੌਤ ਮਰਨਾ। ਤਨਖਾਹਾਂ ਲੈਣੇ ਆ ਠੀਕ ਹੈ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬੰਦੂਕਾਂ ਦੇ ਮੂਹਰੇ ਖਲੋ ਜਾਈਏ। ਹਾਂ ਜੇ ਕਿਤੇ ਜੰਗ ਯੁੱਧ ਹੋ ਰਹੇ ਤੇ ਜਿੱਥੇ ਮਰਜ਼ੀ ਲੈ ਜੀ। ਡੱਲਾ ਵਾਪਸ ਆ ਗਿਆ। ਇਹ ਸਾਰੇ ਕੌਤਕ ਵਰਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣੀ ਜਾਣ ਸਨ, ਪਤਾ ਸੀ ਸਤਿਗੁਰਾਂ ਨੂੰ। ਕਹਿੰਦੇ ਮੁੜ ਆਏ, ਕਹਿੰਦੇ ਜੀ ਜਵਾਬ ਦੇ ਗਏ, ਕਹਿੰਦੇ ਅਸੀਂ ਨਹੀਂ ਸਾਹਮਣੇ ਖਲੋਣਾ। ਕਹਿੰਦੇ ਫਿਰ ਕੀ ਹੋ ਗਿਆ, ਘਬਰਾਉਣ ਦੀ ਕੀ ਲੋੜ, ਤੂੰ ਖੜ ਜਾ, ਆਪਾਂ ਤਾਂ ਬੰਦੂਕ ਹੀ ਪਰਖਣੀ ਹੈ। ਕਹਿੰਦੇ ਡੱਲੇ ਨੇ ਵੀ ਨੀਵੀਂ ਪਾ ਲਈ, ਜਿੱਦਾਂ ਨਿਆਣੇ ਡਰਦੇ ਪੈਰ ਦੇ ਅੰਗੂਠੇ ਦੇ ਨਾਲ ਮਿੱਟੀ ਜੀ ਨਹੀਂ ਖੁਰਚਣ ਲੱਗ ਜਾਂਦੇ, ਐਦਾਂ ਲੱਗ ਗਿਆ ਖੁਰਚਣ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਡੱਲਿਆ ਖਲੋ ਜਾ ਸਾਹਮਣੇ, ਨਿਸ਼ਾਨਾ ਪਰਖੀਏ। ਕਹਿੰਦੇ ਸਤਿਗੁਰੂ ਜੀ ਕੰਮ ਔਖਾ ਹੈ, ਉਹਦਾ ਹੰਕਾਰ ਤੋੜਨਾ ਸੀ। ਸਤਿਗੁਰੂ ਕਹਿੰਦੇ ਕੰਮ ਔਖਾ ਹੈ, ਪਰ ਜੇ ਹੰਕਾਰ ਨਾ ਕਰੀਏ ਤੇ ਕੰਮ ਸੌਖਾ ਵੀ ਬਹੁਤ ਹੈ। ਜਾਂ ਸਾਹਮਣੇ ਸਾਡੇ ਸਿੰਘ ਬੈਠੇ ਹੋਣਗੇ, ਉਹਨਾਂ ਨੂੰ ਲਿਆ ਬੁਲਾ ਕੇ ਆਵਾਜ਼ ਮਾਰੀ। ਤੇ ਬਾਬਾ ਵੀਰ ਸਿੰਘ ਤੇ ਧੀਰ ਸਿੰਘ, ਇਹ ਵੀ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ ਬਣੇ ਹੈ, ਜਿੱਥੇ ਤਖਤ ਸਾਹਿਬ ਹਨ ਉਹਦੇ ਬਿਲਕੁਲ ਸਾਹਮਣੇ ਇਹ ਗੁਰਦੁਆਰਾ ਬਣਿਆ ਬਾਬਾ ਵੀਰ ਸਿੰਘ ਤੇ ਧੀਰ ਸਿੰਘ ਦਾ। ਇਤਿਹਾਸਕਾਰਾਂ ਨੇ ਕਈਆਂ ਨੇ ਭਰਾ ਆਖਿਆ, ਪਰ ਬਹੁਤਿਆਂ ਨੇ ਪਿਤਾ ਤੇ ਪੁੱਤਰ ਹੀ ਲਿਖਿਆ ਹੈ। ਦੋਵੇਂ ਭੱਜੇ ਆਏ। ਅੱਧੇ ਕਦੇ ਇੱਕ ਤੇ ਦਸਤਾਰ ਬੰਨ੍ਹਦਾ ਪਿਆ, ਕਹਿੰਦੇ ਲੰਗਰ 'ਚ ਸੇਵਾ ਕਰਦਾ, ਆਟੇ ਨਾਲ ਹੱਥ ਲਿਬੜੇ ਨੇ। ਅੱਧੀ ਦਸਤਾਰ ਦੇ 4 ਲੜ ਆਏ, ਇੱਕ ਦੂਜੇ ਦੇ ਅੱਗੋਂ ਦੀ ਭੱਜਦੇ।
ਉਹ ਕਹਿੰਦਾ ਬਾਪੂ ਮੈਨੂੰ ਆਵਾਜ਼ ਪਹਿਲਾਂ ਸੁਣੀ, ਉਹ ਕਹਿੰਦਾ ਪੁੱਤਰਾ ਮੈਨੂੰ ਸੁਣੀ। ਸਾਹਮਣੇ ਜਾ ਕੇ ਖਲੋਗੇ, ਕਦੀ ਉਹਦੇ ਉੱਪਰ ਦੀ ਹੁੰਦਾ ਕਦੀ ਉਹਦੇ ਉੱਪਰ ਦੀ। ਤੋ ਸਤਿਗੁਰਾਂ ਨੇ ਜਿਹੜੀ ਗੋਲੀ ਸੀ ਨਿਸ਼ਾਨਾ ਉੱਪਰ ਦੀ ਚਲਾਇਆ ਤੇ ਡੱਲੇ ਨੂੰ ਕਹਿਣ ਲੱਗੇ, ਆਹ ਨੇ ਮੇਰੇ ਉਹ ਸਿੰਘ, ਤੂੰ ਤੇ ਮਿੰਨਤਾਂ ਕੀਤੀਆਂ ਉਹ ਤਾਂ ਨਹੀਂ ਆਏ, ਪਰ ਇਹ ਲਾੜੀ ਮੌਤ ਨੂੰ ਵਿਆਹੁਣ ਦੇ ਵਾਸਤੇ ਅੱਗੇ ਇੰਜ ਸ਼ਹੀਦ ਹੋਏ ਨੇ। ਇਹਨਾਂ ਦੇ ਆਸਰੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਗਰੀਬ ਕਰੋੜ ਮੋਸਿਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਦੀ ਕਿਰਪਾ ਸਦਕਾ ਹੀ, ਕਹਿਣ ਤੋਂ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਮਤਾਂ ਵਰਸਾਈਆਂ। ਇੱਥੋਂ ਜਦੋਂ ਸਤਿਗੁਰੂ ਜੀ ਤੁਰਨ ਲੱਗੇ, ਕਹਿੰਦੇ ਭਾਈ ਸਿੰਘ, ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ। ਭਾਈ ਮਨੀ ਸਿੰਘ ਜੀ ਕਹਿੰਦੇ ਸਤਿਗੁਰੂ ਜੀ ਤੁਸੀਂ ਚੱਲੇ ਹੋ, ਮੇਰੇ ਤੇ ਵੀ ਕਿਰਪਾ ਕਰੋ। ਤੇ ਬਚਨ ਤੁਸੀਂ ਪੜ੍ਹਦੇ ਹੋ, ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ, ਤਿਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਓ। ਉਹਨਾਂ ਨੂੰ ਉਪਦੇਸ਼ ਕੀ ਦੇਣਾ ਜਿਨ੍ਹਾਂ ਤੇ ਕਿਰਪਾ ਪਹਿਲਾਂ ਹੀ ਬੜੀ। ਭਾਈ ਸਿੰਘ, ਭਾਈ ਮਨੀ ਸਿੰਘ ਜੀ ਕਹਿੰਦੇ ਨਹੀਂ ਸਤਿਗੁਰੂ, ਕੋਈ ਕਿਰਪਾ ਦੀ ਦਾਤ ਕਰਦੇ ਜਾਓ, ਸਿੱਖੀ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਭਾਈ ਮਨੀ ਸਿੰਘ ਜੀ ਬਾਰ-ਬਾਰ ਕਹਿੰਦੇ, ਮੇਰੇ ਗੁਰੂ ਦੇ ਮੁਖ ਤੋਂ ਬਚਨ ਨਿਕਲਿਆ ਕਿ ਭਾਈ ਸਾਹਿਬ, ਭਾਈ ਮਨੀ ਸਿੰਘ ਜੀ ਸਿੱਖੀ ਤੇ ਸਿਦਕ ਤੁਹਾਡੇ ਵਿੱਚ ਇੰਨਾ ਹੋਵੇਗਾ ਕਿ ਤੁਹਾਡਾ ਬੰਦ-ਬੰਦ ਵੀ ਕੱਟਿਆ ਜਾਣਾ ਹੈ, ਪਰ ਕਹਿੰਦੇ ਸਿੱਖੀ ਸਿਦਕ ਫਿਰ ਵੀ ਤੁਸੀਂ ਹਾਰੋਗੇ ਨਹੀਂ, ਤੁਹਾਡਾ ਸਿੱਖੀ ਸਿਦਕ ਨਿਭੇਗਾ। ਤੇ ਉਹ ਨਿਭਿਆ ਵੀ। ਭਾਈ ਸਾਹਿਬ, ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਪਹਿਲਾਂ ਹੋਈ। ਹੱਥ ਜੋੜ ਕੇ ਬਾਬਾ ਦੀਪ ਸਿੰਘ ਜੀ ਕਹਿੰਦੇ ਸੱਚੇ ਪਾਤਸ਼ਾਹ ਦਾਸ ਤੇ ਵੀ ਕਿਰਪਾ ਕਰੋ। ਹੁਣ ਬਾਬਾ ਦੀਪ ਸਿੰਘ ਜੀ ਨੇ 4 ਸਰੂਪ ਲਿਖੇ। 5ਵਾਂ ਤਖਤ ਉਦੋਂ ਹੋਂਦ ਵਿੱਚ ਨਹੀਂ ਸੀ ਆਇਆ ਤੇ ਇੱਕ ਸਰੂਪ ਬਾਬਾ ਦੀਪ ਸਿੰਘ ਜੀ ਨੇ 4 ਤਖਤਾਂ ਦੇ ਉੱਪਰ ਸੁਭਾਏਮਾਨ ਕੀਤਾ। ਤੇ ਜਿਸ ਹੱਥਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਬਾਣੀ ਲਿਖੀ ਹੋਵੇਗੀ, ਕਿ ਉਹ ਹੱਥਾਂ ਦੇ ਵਿੱਚ ਕੋਈ ਬਰਕਤ ਨਹੀਂ ਹੋਵੇਗੀ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਤੋ ਬਾਬਾ ਦੀਪ ਸਿੰਘ ਜੀ ਕਹਿੰਦੇ ਇੱਧਰ ਵੀ ਕਿਰਪਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਾਬਾ ਦੀਪ ਸਿੰਘ ਜੀ ਤੁਹਾਡੇ ਉੱਪਰ ਵੀ ਇੰਨੀ ਬਖਸ਼ਿਸ਼ ਰਹਿਮਤ ਹੋਵੇਗੀ ਕਿ ਮੌਤ ਵੀ ਸਾਹਮਣੇ ਆ ਕੇ ਖਲੋ ਜੇ, ਧੜ ਦੇ ਨਾਲੋਂ ਸੀਸ ਵੀ ਭਾਵੇਂ ਵੱਖਰਾ ਹੋ ਜੇ, ਪਰ ਕਹਿੰਦੇ ਮੌਤ ਤੁਹਾਨੂੰ ਹਰਾ ਨਹੀਂ ਸਕੇਗੀ। ਇਹ ਮੇਰਾ ਗੁਰੂ ਦਾ ਬਚਨ ਨਾਲ ਸੀ ਬਾਬਾ ਦੀਪ ਸਿੰਘ ਦੇ। ਉਹ ਬਚਨ ਜਿਹੜਾ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਗੁਰ ਕਾ ਬਚਨ ਬਸੈ ਜੀ। ਜੀ ਦੇ ਅਰਥ ਹੁੰਦੇ ਨੇ ਜਿੰਦ। ਗੁਰੂ ਦੇ ਬਚਨ ਨੂੰ ਆਪਣੀ ਜਿੰਦ ਦੇ ਨਾਲ ਵਸਾ ਕੇ ਰੱਖੇ। ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ, ਤਸਕਰਨੀ ਲੇਵੈ ਭਾਈ ਨਾ ਸਾਕੇ ਜਾਲੇ। ਤੋਂ ਸਤਿਗੁਰਾਂ ਦੀ ਰਹਿਮਤ ਹੋਈ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਨੰਦੇੜ ਦੀ ਧਰਤੀ ਤੇ ਪਹੁੰਚੇ। ਮਾਧੋ ਦਾਸ ਬਰਾਗੀ ਉਹਦੇ ਤੇ ਕਿਰਪਾ ਕੀਤੀ, ਉਹਨੂੰ ਬੰਦਾ ਸਿੰਘ ਬਹਾਦਰ ਦਾ ਖਿਤਾਬ ਰੁਤਬਾ ਦਿੱਤਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੇਅੰਤ ਰਹਿਮਤਾਂ ਕੀਤੀਆਂ। ਸਤਿਗੁਰੂ ਜੀ ਸੱਚਖੰਡ ਬਿਆਨਾ ਕਰਕੇ ਜੋਤੀ ਜੋਤ ਸਮਾ ਗਏ। ਤੇ ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨਾਂਦੇੜ ਦੀ ਧਰਤੀ ਤੋਂ ਪੰਜਾਬ ਦੇ ਵੱਲ ਆ ਰਿਹਾ ਸੀ, ਤੇ ਜਿਹੜੀ ਕਰਨਾਲ ਤੇ ਪਾਣੀਪਤ ਦੀ ਲੜਾਈ ਹੈ, ਉੱਤੇ ਮਰਾਠਿਆਂ ਦੇ ਨਾਲ ਤੇ ਅਫਗਾਨੀਆਂ ਦੇ ਨਾਲ ਜਿਹੜਾ ਯੁੱਧ ਹੋਇਆ, ਉਹਦੇ ਵਿੱਚ ਵੀ ਬਾਬਾ ਦੀਪ ਸਿੰਘ ਜੀ ਨੇ ਆਪਣਾ ਯੋਗਦਾਨ ਪਾਇਆ। ਬਾਬਾ ਬੰਦਾ ਸਿੰਘ ਬਹਾਦਰ ਆਏ ਤੇ ਸਰਹੰਦ ਜਦੋਂ ਫਤਿਹ ਕੀਤੀ, ਇਤਿਹਾਸਕਾਰ ਕਹਿੰਦੇ ਉੱਥੇ ਸਰਹੰਦ ਤੇ ਜਿਹੜਾ ਪਰਚਮ, ਜਿਹੜਾ ਝੰਡਾ ਕੇਸਰੀ ਨਿਸ਼ਾਨ ਸਾਹਿਬ ਜਦੋਂ ਚੜਾਇਆ ਗਿਆ, ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਵੀ ਸਨ, ਜਿੱਤੇ ਸੂਬਾ ਸਰਹੰਦ ਵਜੀਦੇ ਨੂੰ ਘੋੜਿਆਂ ਦੇ ਮਗਰ ਪਾ ਕੇ ਘੜੀਸ ਘੜੀਸ ਕੇ ਮੌਤ ਦੇ ਘਾਟ ਉਤਾਰਿਆ। ਮਾਸੂਮਾਂ ਤੇ ਮਜਲੂਮਾਂ ਦੇ ਉੱਪਰ ਜ਼ੁਲਮ ਕਰਨ ਵਾਲਾ ਸੀ ਵਜੀਦਾ, ਤੇ ਉਹਨੂੰ ਵੀ ਬਣਦੀ ਸਜ਼ਾ ਦਿੱਤੀ ਗਈ। ਵਜੀਦੇ ਨੂੰ ਅੱਜ ਕੋਈ ਯਾਦ ਨਹੀਂ ਕਰਦਾ। ਆਪਾਂ ਯਾਦ ਕਰਦੇ ਹਾਂ ਮੋਤੀ ਰਾਮ ਮਹਿਰੇ ਨੂੰ, ਆਪਾਂ ਯਾਦ ਕਰਦੇ ਹਾਂ ਦੀਵਾਨ ਟੋਡਰ ਮੱਲ ਨੂੰ, ਆਪਾਂ ਯਾਦ ਕਰਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਤੇ ਰਹਿਮਤਾਂ ਲਈਆਂ।
ਤੇ ਇੱਥੇ ਬੜਾ ਲੰਮਾ ਸਮਾਂ ਫਿਰ ਬਾਬਾ ਦੀਪ ਸਿੰਘ ਜੀ ਰਹੇ। ਕਹਿੰਦੇ ਜਦੋਂ ਅਹਿਮਦ ਸ਼ਾਹ ਦੁਰਾਨੀ ਉਹਨੇ ਲਾਹੌਰ ਉਹ ਪਹੁੰਚਿਆ ਸੀ ਤੇ ਲਾਹੌਰ ਤੋਂ ਉਹਨੇ ਵਾਪਸ ਦਿੱਲੀ ਜਾਣਾ ਸੀ। ਲਗਭਗ 1700 ਜੇ ਮੈਂ ਨਹੀਂ ਭੁੱਲਦਾ 57 ਦੀ ਗੱਲ ਹੈ। 1757 ਦੇ ਵਿੱਚ ਜਦੋਂ ਇਹਨੇ ਲਾਹੌਰ ਤੋਂ ਦਿੱਲੀ ਜਾਣਾ ਸੀ, ਇਹਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਦੀ ਧਰਤੀ ਤੇ, ਕਿਉਂਕਿ ਜਿਹੜੀਆਂ 12 ਮਿਸਲਾਂ ਬਣੀਆਂ ਤੇ ਉਹਨਾਂ 12 ਮਿਸਲਾਂ ਦੇ ਜਿਹੜੇ ਮਹਾਨ ਸ਼ਹੀਦ ਜਥੇਦਾਰ ਸਨ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਨ, ਜਿਨ੍ਹਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਤੇ ਰੁਤਬਾ ਦਿੱਤਾ ਗਿਆ। ਤੇ ਇਹਨੂੰ ਜਦੋਂ ਪਤਾ ਲੱਗਿਆ, ਕਿਉਂਕਿ ਇਹ ਸਿੱਖ ਕੌਮ ਨੂੰ ਮਾਰ ਮਿਟਣ ਤੇ ਖਤਮ ਕਰਨ ਤੇ ਤੁਲਿਆ ਸੀ, ਤੇ ਇਹਨੇ ਉਸ ਸਮੇਂ ਅਹਿਮਦ ਸ਼ਾਹ ਦੁਰਾਨੀ ਨੇ, ਕਹਿੰਦੇ ਜਿਹੜਾ ਜਮਾਲ ਖਾਨ ਸੀ, ਅਤਤਾਈ ਖਾਨ ਸੀ, ਇਹਨਾਂ ਪਠਾਨਾਂ ਦੇ ਨਾਲ ਮਿਲ ਕੇ ਇਹਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ। ਔਰ ਉਥੋਂ ਇਤਿਹਾਸਕਾਰ ਕਹਿੰਦੇ ਨੇ ਬਹੁ ਬੇਟੀਆਂ ਤੇ ਬੜਾ ਜ਼ੁਲਮ ਹੋਇਆ, ਅਤਿਆਚਾਰ ਕੀਤਾ ਗਿਆ। ਪਵਿੱਤਰ ਪਾਵਨ ਜਿਹੜੀ ਮਰਜ਼ਾਦਾ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸਰੋਵਰ ਨੂੰ ਪੂਰਿਆ ਗਿਆ। ਔਰ ਬੜੇ ਅਤਿਆਚਾਰ ਜੋ ਜ਼ੁਲਮ ਇਹਨੇ ਕੀਤੇ, ਬੇਅਦਬੀ ਕੀਤੀ, ਤੋਂ ਇਹਦੀ ਖਬਰ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ, ਅਨੋਖੇ ਸ਼ਹੀਦ, ਸ਼ਹੀਦੀਆਂ ਬੜੀਆਂ ਹੋਈਆਂ। ਸ਼ਹੀਦ ਕਈ ਪ੍ਰਕਾਰ ਦੇ ਨੇ। ਇੱਕ ਤੇ ਜੰਗ ਯੁੱਧ ਦੇ ਵਿੱਚ ਸ਼ਸਤਰ ਲੈ ਕੇ ਸ਼ਹਾਦਤ ਦੇਣੀ, ਤੇ ਇੱਕ ਜੇ ਕੋਈ ਕੌਮ ਦੀ ਪੰਥ ਦੀ ਲੜਾਈ ਲੜਦਿਆਂ ਵੀ ਜੇ ਕੋਈ ਪ੍ਰਾਣ ਤਿਆਗ ਦੇ, ਉਹਨੂੰ ਵੀ ਕੌਮ ਨੇ ਸ਼ਹੀਦ ਮੰਨਿਆ ਹੈ, ਉਹ ਵੀ ਸ਼ਹੀਦ ਹੀ ਹੁੰਦਾ ਹੈ। ਜਿਹੜਾ ਅੰਤਮ ਸਵਾਸਾਂ ਤੱਕ ਕੌਮ ਤੇ ਪੰਥ ਦੀ ਗੱਲ ਕਰਦਿਆਂ ਸ਼ਹੀਦ ਹੋ ਜੇ। ਤੋਂ ਜਿਸ ਵਕਤ ਖਬਰ ਪਹੁੰਚੀ ਕਿ ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਸਰੋਵਰ ਦੀ ਬੇਅਦਬੀ ਕੀਤੀ ਗਈ ਹੈ, ਤਾਂ ਉਸੇ ਸਮੇਂ ਬਾਬਾ ਦੀਪ ਸਿੰਘ ਜੀ ਜਿਹੜੇ 4 ਸਰੂਪ ਲਿਖਣ ਵਾਲੇ ਹੱਥੀਂ ਕਲਮਾਂ ਘੜ ਕੇ ਕਲਮ ਰੱਖ ਕੇ ਬਾਬਾ ਦੀਪ ਸਿੰਘ ਜੀ ਨੇ ਹੱਥ ਦੇ ਵਿੱਚ ਖੰਡਾ ਚੁੱਕ ਲਿਆ। ਭਾਵੇਂ ਉਮਰ ਬਹੁਤ ਹੋ ਚੁੱਕੀ ਹੈ, 75 ਸਾਲਾਂ ਦੀ ਉਮਰ, ਇਤਿਹਾਸ ਦੇ ਵਿੱਚ ਬਹੁ ਗਿਣਤੀ ਵਿਦਵਾਨਾਂ ਨੇ ਲਿਖਿਆ ਵੀ 75 ਸਾਲਾਂ ਦੀ ਉਮਰ। ਇੱਥੇ ਵਡੇਰੀ ਉਮਰ ਦੇ ਵਿੱਚ ਸਾਡੇ ਗੁਰੂ ਵੀ ਹੋਏ, ਧੰਨ ਗੁਰੂ ਅਮਰਦਾਸ ਜੀ ਵਡੇਰੀ ਉਮਰ ਵਿੱਚ ਗੁਰੂ ਹੋਏ। ਛੋਟੀ ਤੋਂ ਛੋਟੀ ਉਮਰ ਦੇ ਵਿੱਚ ਵੀ, ਬਚਪਨ ਦੇ ਵਿੱਚ ਵੀ ਸਾਡੀ ਕੌਮ ਦੇ ਵਿੱਚ ਗੁਰੂ ਹੋਏ ਨੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਸਾਡੀ ਕੌਮ ਦੇ ਵਿੱਚ ਬਜ਼ੁਰਗ ਗੁਰੂ ਵੀ ਹੋਏ, ਸਾਡੀ ਕੌਮ ਦੇ ਵਿੱਚ ਬਜ਼ੁਰਗ ਯੋਧੇ ਤੇ ਸ਼ਹੀਦ ਵੀ ਹੋਏ ਨੇ। ਕਿਉਂਕਿ ਜਿਹੜੀ ਬਖਸ਼ਿਸ਼ ਹੈ ਨਾ, ਬਖਸ਼ਿਸ਼ ਦਾ ਸੰਬੰਧ ਸਰੀਰ ਦੇ ਨਾਲ ਨਹੀਂ, ਬਖਸ਼ਿਸ਼ ਦਾ ਜਿਹੜਾ ਸੰਬੰਧ ਹੈ ਉਹ ਇੱਕ ਅਵਸਥਾ ਦੇ ਨਾਲ। ਇਹ ਕਿਰਪਾ ਕਦੋਂ ਵੀ ਕਿਸੇ ਤੇ ਵੀ ਤੇ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਜਦੋਂ ਗੁਰੂ ਚਾਹੁੰਦਾ ਹੈ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇਂ ਤਿਸ ਦੇਈ। ਉਹ ਮਾਲਕ ਜਦੋਂ ਤਰੁੱਠਦਾ ਤੇ ਉਹ ਦਾਤ ਉਸੇ ਨੂੰ ਦਿੰਦਾ ਹੈ। ਜਦੋਂ ਪਤਾ ਚੱਲਿਆ ਤੇ ਕਲਮ ਰੱਖ ਕੇ ਸਰੂਪ ਲਿਖਣ ਵਾਲਾ ਇਹ ਮਹਾਨ ਯੋਧਾ, ਕਿਉਂਕਿ ਜਿਨ੍ਹਾਂ ਅਸਥਾਨਾਂ ਤੇ ਸਰੂਪ ਪ੍ਰਕਾਸ਼ ਕਰਨੇ ਨੇ, ਤੇ ਜੇ ਉਹ ਅਸਥਾਨ ਹੀ ਨਾ ਰਹੇ ਤਾਂ ਫਿਰ ਉਹ ਸਰੂਪਾਂ ਦੀ ਕੀ ਅਹਿਮੀਅਤ ਹੈ। ਜੇ ਸਤਿਗੁਰਾਂ ਦੀ ਬਾਣੀ ਦਾ ਇੰਨਾ ਅਦਬ ਸਤਿਕਾਰ ਕਰਦੇ ਨੇ, ਤੇ ਜਿਸ ਜਗ੍ਹਾ ਉਹ ਬਾਣੀ ਪ੍ਰਕਾਸ਼ ਹੋਈ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਰਹਿਮਤ ਸਦਕਾ, ਤੇ ਜੇ ਉਸ ਅਸਥਾਨ ਦੀ ਕੋਈ ਬੇਅਦਬੀ ਕਰੇ ਤਾਂ ਫਿਰ ਹੁਣ ਵੇਖੋ ਉਹ ਵੱਖਰੀ ਗੱਲ ਹੈ। ਇੰਨੀ ਕੁ ਸਾਡੀ ਤਾਰਕਿਕ ਬੁੱਧੀ ਹੋ ਗਈ ਕਿ ਅਸੀਂ ਗੁਰੂ ਕੇ ਸਰੋਵਰਾਂ ਨੂੰ ਵੀ ਇੱਕ ਆਮ ਗਿਣ ਲੱਗ ਪਏ ਹਾਂ। ਇਹਨਾਂ ਦੀ ਕੀ ਮਹਾਨਤਾ ਕੀ, ਇਹ ਤਾਂ ਉਂਝੀ ਬਣਾਏ ਸਨ, ਇਹ ਤਾਂ ਉਦੋਂ ਜਾਤ ਪਾਤ ਦਾ ਕੋੜ ਕੱਢਣ ਲਈ ਨਹੀਂ। ਕਿ ਫਿਰ ਜਾਤ ਪਾਤ ਦਾ ਕੋੜ ਹੁਣ ਨਿਕਲ ਗਿਆ। ਗੁਰੂ ਅਸਥਾਨਾਂ ਦੇ ਨਾਲ ਬਣਾਏ ਹੋਏ ਸਰੋਵਰ ਇਸ ਗੱਲ ਦਾ ਪ੍ਰਤੀਕ ਸਨ। ਸਰੋਵਰ ਵਿੱਚ ਇਸ਼ਨਾਨ ਕਰ ਏਕਤਾ ਦਾ ਪ੍ਰਤੀਕ, ਤਨ ਦੀ ਮੈਲ ਰਹੇਗੀ, ਲੈ ਜਾਏਗੀ
ਤੇ ਗੁਰੂ ਦਰਬਾਰ ਵਿੱਚ ਜਾਏਗਾ, ਬਾਣੀ ਸੁਣੇਗਾ ਤੇ ਮਨ ਦੀ ਮੈਲ ਜਿਹੜੀ ਹੈ ਉਹ ਲੈ ਜਾਣੀ ਹੈ। ਜਿੱਥੇ ਗੁਰੂ ਕਾ ਦਰਬਾਰ ਸਤਿਕਾਰਯੋਗ ਹੈ, ਉੱਥੇ ਗੁਰੂ ਕੇ ਇਤਿਹਾਸਕ ਜਿੱਥੇ ਗੁਰਦੁਆਰੇ ਸਤਿਕਾਰਯੋਗ ਨੇ, ਉੱਥੇ ਗੁਰੂ ਦੇ ਵੱਲੋਂ ਬਣਾਏ ਹੋਏ ਸਰੋਵਰ ਉਹ ਜਿਨ੍ਹਾਂ ਸਰੋਵਰਾਂ ਨੂੰ ਗੁਰੂਆਂ ਨੇ ਆਪਣੇ ਸਿਰ ਦੇ ਉੱਪਰ ਟੋਕਰੇ ਚੁੱਕ ਕੇ ਮਿੱਟੀ ਢੋਈ ਹੋਵੇ, ਸੇਵਾ ਕੀਤੀ ਹੋਵੇ, ਕਿ ਉਸ ਸਰੋਵਰ ਕੀ ਉਸ ਸਥਾਨਾਂ ਦੀ ਕੋਈ ਅਹਿਮੀਅਤ ਨਹੀਂ। ਜੇ ਕੋਈ ਇੱਕ ਕਹਿ ਦਿੱਤੇ ਆਪਾਂ ਪਿੱਛੇ ਲੱਗ ਤੁਰਦੇ ਹਾਂ। ਨਹੀਂ, ਬਾਬਾ ਦੀਪ ਸਿੰਘ ਜੀ ਨੂੰ ਪਤਾ ਚੱਲਿਆ ਕਿ ਸਰੋਵਰ ਪੂਰ ਦਿੱਤਾ ਗਿਆ। ਉਦੋਂ ਸਰੋਵਰ ਜਿਹੜੇ ਦੁਸ਼ਮਣ ਸਨ ਉਹ ਮਿੱਟੀ ਘੱਟੇ ਨਾਲ ਪੂਰਦੇ ਸਨ, ਤੇ ਅਸੀਂ ਹੁਣ ਆਪਣੀਆਂ ਗਲਤ ਵਿਚਾਰਾਂ ਦੇ ਨਾਲ ਪੂਰਨ ਤੇ ਲੱਗੇ ਹੋਏ ਹਾਂ। ਜੇ ਗੁਰੂ ਕੇ ਇਤਿਹਾਸਕ ਅਸਥਾਨ ਹੀ ਸਿੱਖੋ ਨਾ ਰਹੇ ਤਾਂ ਜਗ੍ਹਾ ਜਗ੍ਹਾ ਪਖੰਡਵਾਦ ਹੈ ਜਿਹੜਾ ਨਾ ਉਹ ਆਪਣੇ ਮੂੰਹ ਅੱਡ ਕੇ ਖੜਾ ਹੈ, ਤੇ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਨਿਗਲ ਲੈਣਾ। ਜੇ ਸਾਡੀ ਅੱਜ ਹੋਂਦ ਬਚੀ ਹੈ, ਭਾਵੇਂ ਪੰਜਾਬ ਦੀ ਧਰਤੀ ਤੇ ਭਾਵੇਂ ਅਮਰੀਕਾ ਬਾਹਰਲੇ ਮੁਲਕਾਂ ਵਿੱਚ, ਸਾਡੀ ਹੋਂਦ ਦਾ ਕਾਰਨ ਹੀ ਇਹ ਹੈ ਕਿ ਗੁਰੂ ਕੇ ਇਤਿਹਾਸਕ ਅਸਥਾਨ ਨੇ ਤੇ ਅਸੀਂ ਤਾਂ ਬਚੇ ਹੋਏ ਹਾਂ। ਪੂਰਾ ਹਫ਼ਤਾ, ਪੂਰੀ ਵੀਕ ਆਪਾਂ ਕੰਮ ਧੰਦਾ ਕਰਦੇ ਹਾਂ, ਕਿਰਤ ਕਰਦੇ ਹਾਂ। ਅੱਜ ਤੋਂ ਬਾਅਦ ਜਦੋਂ ਘਰਾਂ ਨੂੰ ਜਾਵਾਂਗੇ ਫਿਰ ਆਪਾਂ ਵੇਟ ਕਰਦੇ ਰਵਾਂਗੇ ਵੀ ਐਤਵਾਰ ਆਏਗਾ ਤੇ ਗੁਰੂ ਘਰ ਜਾਵਾਂਗੇ, ਗੁਰੂ ਦੀ ਬਾਣੀ ਸੁਣਾਂਗੇ। ਇਹ ਸੱਚ ਹੈ, ਸਾਨੂੰ ਇੱਥੋਂ ਐਨਰਜੀ ਮਿਲਦੀ ਹੈ, ਗੁਰੂ ਤੋਂ ਇੱਕ ਤਰ੍ਹਾਂ ਦੀ ਸ਼ਕਤੀ ਮਿਲਦੀ ਹੈ, ਸਭ ਨੂੰ ਇੱਕ ਚਾਅ ਮਿਲਦਾ ਹੈ। ਜਿੱਥੇ ਅਸੀਂ ਗੁਰੂ ਦੀ ਬਾਣੀ ਸੁਣਦੇ ਹਾਂ ਉੱਥੇ ਸਾਡੀ ਇੱਕ ਦੂਜੇ ਦੇ ਨਾਲ ਭਾਈਚਾਰਕ ਸਾਂਝ ਵੀ ਬਣਦੀ ਹੈ, ਸਾਡਾ ਇੱਕ ਪਰਿਵਾਰਕ ਰਿਸ਼ਤਾ ਵੀ ਇੱਕ ਦੂਜੇ ਨਾਲ ਜੁੜਦਾ ਹੈ। ਉਹ ਵੱਖਰੀ ਗੱਲ ਹੈ, ਘਰੋਂ ਈਰਖਾ ਲੈ ਕੇ ਆਏ, ਈਰਖਾ ਹੀ ਲੈ ਕੇ ਤੋਂ ਵਾਪਸ ਚਲੇ ਗਏ। ਜੇ ਗੁਰਦੁਆਰੇ ਆਉਂਦਿਆਂ 20-10 ਸਾਲਾਂ ਦੇ ਵਿੱਚ ਜੇ ਈਰਖਾ ਦਵੈਸ਼ ਨਹੀਂ ਨਾ ਛੱਡੀ ਤਾਂ ਮੇਰੇ ਖਿਆਲ 'ਚ ਗੁਰਦੁਆਰੇ ਆਉਣ ਦਾ ਕੋਈ ਫਲ ਨਹੀਂ। ਗੁਰਦੁਆਰਾ ਕਾਹਦੇ ਲਈ ਹੁੰਦਾ? ਗੁਰੂ ਦੁਆਰੇ ਹਰ ਕੀਰਤਨ ਸੁਣੀਏ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਤੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਜਦੋਂ ਇੱਥੋਂ ਤਿਆਰੀ ਕੀਤੀ ਨਾ ਦਮਦਮਾ ਸਾਹਿਬ ਦੀ ਧਰਤੀ ਤੋਂ, ਉਦੋਂ ਮਾਲਵੇ ਦੇ ਕੁਝ ਸਿੰਘ ਮਲਵਈ ਆਦਿਕ ਨਾਲ ਸਨ। ਪਰ ਜਾਂਦਿਆਂ ਇਤਿਹਾਸਕਾਰ ਕਹਿੰਦੇ ਨੇ ਉਧਰੋਂ ਜਿਹੜਾ ਦੁਰਾਨੀ ਹੈ ਉਹਨੇ ਜਮਾਲ ਖਾਨ ਨੂੰ ਫੌਜ ਦੇ ਕੇ ਭੇਜਿਆ। ਤਰਨਤਾਰਨ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਗੋਲਵੜ ਕਰਕੇ ਇੱਕ ਪਿੰਡ ਹੈ, ਜਿਹੜੇ ਮਾਝੇ ਦੇ ਜਿਹੜੇ ਸੱਜਣ ਨੇ ਉਹਨਾਂ ਨੂੰ ਜ਼ਿਆਦਾ ਪਤਾ, ਮੈਂ ਉਸ ਪਿੰਡ ਨਹੀਂ ਗਿਆ, ਮੈਂ ਸਿਰਫ ਇਤਿਹਾਸ ਵਿੱਚ ਪੜ੍ਹਿਆ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਰਹਿਮਤਾਂ ਵਰਤੀਆਂ ਤਾਂ ਇਧਰੋਂ ਕਹਿੰਦੇ ਦੁਰਾਨੀ ਨੇ, ਅਹਿਮਦ ਸ਼ਾਹ ਦੁਰਾਨੀ ਨੇ ਫੌਜ ਭੇਜ ਦਿੱਤੀ, ਤੇ ਇਧਰੋਂ ਬਾਬਾ ਦੀਪ ਸਿੰਘ ਜੀ ਨੇ ਚਾਲੇ ਪਾਏ। ਤਰਨਤਾਰਨ ਸਾਹਿਬ ਵਿਖੇ ਜਾਂਦਿਆਂ ਇਤਿਹਾਸਕਾਰ ਕਹਿੰਦੇ ਲਗਭਗ 5000 ਸਿੰਘ ਇਕੱਠੇ ਹੋ ਚੁੱਕੇ ਸਨ। ਮਾਝੇ ਦੇ ਵੀ ਹੋਰ ਵੀ ਆਲੇ ਦੁਆਲਿਓਂ ਜਿਹੜੇ ਸੂਰਵੀਰ ਯੋਧੇ ਬਾਬਾ ਦੀਪ ਸਿੰਘ ਜੀ ਦੀ ਸੰਗਤ ਵਿੱਚ ਆ ਗਏ। ਪਰ ਬਾਬਾ ਦੀਪ ਸਿੰਘ ਜੀ ਨੇ ਤਰਨਤਾਰਨ ਸਾਹਿਬ ਵਿਖੇ ਅਰਦਾਸ ਕੀਤੀ। ਪਹਿਲੋਂ ਅਰਦਾਸ ਤਰਨਤਾਰਨ ਸਾਹਿਬ ਵਿਖੇ ਕੀਤੀ। ਅਰਦਾਸ ਕਰਨ ਤੋਂ ਬਾਅਦ ਬਾਹਰ ਆ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਲਕੀਰ ਖਿੱਚੀ, ਲਲਕਾਰ ਮਾਰੀ। ਜਿਨ੍ਹਾਂ ਦਰਸ਼ਨ ਕੀਤੇ ਗੁਰਦੁਆਰਾ ਬਣਿਆ ਨਾ ਉੱਥੇ ਗੁਰਦੁਆਰਾ ਲਲਕਾਰ ਸਾਹਿਬ। ਅੰਮ੍ਰਿਤਸਰ ਬਹੁਤੇ ਜਾਂਦੇ, ਕਈ ਤੇ ਵਿਚਾਰੇ ਸਰੋਵਰ ਤੇ ਸੈਲਫੀਆਂ ਕਢਾ ਕੇ ਮੁੜ ਆਉਂਦੇ, ਖਿਚਾ ਕੇ। ਆ ਵੇਖ ਹੀ ਰਹੇ ਆਪਾਂ ਟੀਵੀ ਤੇ, ਤੁਸੀਂ ਰੋਜ਼ ਦੇਖ ਲਓ। ਸੇਵਾਦਾਰ ਵੀ ਇੱਥੇ ਕੋਈ ਬਹੁਤ ਵਿਚਾਰੇ ਆਪਣੇ ਵੱਲੋਂ ਜ਼ੋਰ ਲਾਉਂਦੇ ਨੇ ਪਰ ਲੋਕ ਨਹੀਂ ਹਟਦੇ। ਉਹ ਸ਼ਹੀਦਾਂ ਦੀ ਪਰਿਕਰਮਾ ਦੇ ਵਿੱਚ ਟਿਕਟੌਕ ਤੇ ਵੀਡੀਓ ਬਣਾ ਕੇ ਗੰਦੇ ਗਾਣੇ ਪਿੱਛੇ ਲਾ ਕੇ, ਜਥੇਦਾਰ ਪਤਾ ਨਹੀਂ ਕੀ ਭੰਗ ਪੀ ਕੇ ਸੁੱਤਾ ਹੁੰਦਾ, ਉਹ ਵੀ ਨਹੀਂ ਕੋਈ ਬਿਆਨ ਦਿੰਦਾ ਵੀ ਤੁਸੀਂ ਇਹ ਕੀ ਕਰ ਰਹੇ ਹੋ। ਜਿੱਥੇ ਉੱਥੇ 4 ਸੇਵਾਦਾਰ, ਉੱਥੇ ਹੋਰ ਵੱਧ ਲਾ ਦਿਓ। ਸ਼੍ਰੋਮਣੀ ਕਮੇਟੀ ਦਾ ਬਜਟ ਕਿਤੇ ਥੋੜਾ, ਪਰ ਉਹ ਤਾਂ ਹੁਣ ਸਾਰਾ ਹੁਣੀ ਲੱਗ ਜਾਣਾ, ਤੁਹਾਨੂੰ ਪਤਾ ਹੀ ਆ। ਆਖੋ ਸਤਨਾਮ ਕੀ ਵਾਹਿਗੁਰੂ, ਉਧਰ ਹੀ ਲੱਗ ਜਾਣਾ ਸਾਰਾ। ਉਹ ਸ਼ਹੀਦਾਂ ਦਾ ਸਥਾਨ ਤੇ ਪਰਿਕਰਮਾ ਹੋਣ, ਜਿੱਥੇ ਇੱਕ ਸਿੱਲ ਦੇ ਥੱਲੇ ਇੰਨੇ ਸੀਸ ਲੱਗੇ ਹੋਣ, ਤੇ ਉੱਥੋਂ ਬਾਹਰੋਂ ਆ ਕੇ ਲੋਕ ਵੀਡੀਓ ਬਣਾ ਕੇ ਤੇ ਸਾਡਾ ਪੂਰਾ ਵਰਲਡ ਵਿੱਚ ਜਲੂਸ ਕੱਢਣ। ਤੇ ਜਦੋਂ ਬਾਹਰਲੇ ਲੋਕ ਵੇਖਦੇ ਹੋਣਗੇ ਵੀ ਇੰਨੇ ਅਵੇਸਲੇ ਨੇ ਸਿੱਖ, ਕਿ ਇਹ ਇੰਨਾ ਸਿੱਖ ਕੇਂਦਰੀ ਮਹਾਨ ਅਸਥਾਨ ਤੇ ਇੱਥੇ ਗਾਣੇ ਸ਼ੂਟ ਕੀਤੇ ਜਾਂਦੇ ਨੇ,
ਪਰ ਜਿਨ੍ਹਾਂ ਨੇ ਲਾਹਾ ਲੈਣਾ ਉਹ ਲਾਹਾ ਉੱਥੋਂ ਲੈ ਹੀ ਲੈਂਦੇ ਨੇ। ਐਸੀ ਗੱਲ ਨਹੀਂ, ਸਾਰੇ ਇੱਕੋ ਜਿਹੇ ਨਹੀਂ। ਸਤਿਗੁਰੂ ਜੀ ਕਿਰਪਾ ਕਰਨ। ਧੰਨ ਬਾਬਾ ਦੀਪ ਸਿੰਘ ਜੀ ਹੁਣ ਤਰਨ ਤਾਰਨ ਸਾਹਿਬ ਦੀ ਅਰਦਾਸ ਕੀਤੀ, ਜਿੱਥੇ ਗੁਰਦੁਆਰਾ ਲਲਕਾਰ ਸਾਹਿਬ ਬਣਿਆ ਉੱਥੇ ਖੰਡੇ ਨਾਲ ਲਕੀਰ ਖਿੱਚੀ। ਫੋਟੋ ਤੁਸੀਂ ਵੇਖਦੇ ਹੋ, ਉਹ ਫੋਟੋਆਂ ਘਰਾਂ ਵਿੱਚ ਉਹ ਸਾਨੂੰ ਇੱਕ ਇਤਿਹਾਸ ਦਾ ਪ੍ਰਤੀਕ ਨੇ। ਉਹ ਗੱਲ ਵੱਖਰੀ ਹੈ, ਕਹਿ ਦਿੰਦੇ ਫੋਟੋ ਨਾ ਲਾਓ, ਪਰ ਹੁਣ ਬੱਚੇ ਨੂੰ, ਨਿਆਣੇ ਨੂੰ ਤੁਸੀਂ ਸ਼ਬਦ ਬਾਰੇ ਨਹੀਂ ਦੱਸ ਸਕਦੇ, ਉਹ ਇੰਨੀ ਗਹਿਰਾਈ 'ਚ ਨਹੀਂ ਜਾ ਸਕਦਾ। ਉਹਨੂੰ ਘਰ ਵਿੱਚ ਲੱਗੀ ਫੋਟੋ, ਇੱਥੋਂ ਦੇ ਨਿਆਣੇ ਇੱਕ ਇੱਕ ਗੱਲ ਨੁਕਤੇ ਨੂੰ ਪੁੱਛਦੇ ਨੇ, ਤੁਹਾਨੂੰ ਪੁੱਛਣਗੇ ਵੀ ਇਹ ਫੋਟੋ ਕਿਉਂ ਲਾਈ ਹੈ, ਐਦਾਂ ਇਹ ਬਾਬਾ ਜੀ ਨੇ ਖੰਡਾ ਦੀ ਲਕੀਰ ਕਿਉਂ ਖਿੱਚੀ ਹੈ। ਉਹ ਤੁਹਾਨੂੰ ਪੁੱਛੇਗਾ ਤੇ ਤੁਹਾਡੇ ਅੰਦਰੋਂ ਇਤਿਹਾਸ ਚੱਲ ਪਏਗਾ ਤੇ ਬੱਚੇ ਨੂੰ ਸਿੱਖਣ ਦਾ ਨੁਕਤਾ ਮਿਲ ਜਾਣਾ ਤੇ ਉਹ ਬੱਚੇ ਨੇ ਉੱਥੋਂ ਹੀ ਸਿੱਖ ਲੈਣਾ ਹੈ। ਹਾਂ, ਫੋਟੋ ਨੂੰ ਪੂਜਣਾ ਨਹੀਂ, ਗੁਰੂ ਕਰਕੇ ਇੱਕ ਇਤਿਹਾਸਕ ਵਜੋਂ ਘਰ ਵਿੱਚ ਲਾ ਸਕਦੇ ਹਾਂ। ਮੰਤਰੀਆਂ ਤੇ ਗਾਉਣ ਵਾਲਿਆਂ ਦੀਆਂ ਫੋਟੋਆਂ ਨਾਲੋਂ ਤਾਂ ਚੰਗੀਆਂ ਹੀ ਨੇ ਨਾ, ਉਹਨਾਂ ਨਾਲੋਂ ਤਾਂ 100 ਗੁਣੇ ਚੰਗਾ। ਜੇ ਸ਼ਹੀਦਾਂ ਦੀ ਕੋਈ ਫੋਟੋ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ ਦੀ ਲੱਗੀ ਹੋਵੇਗੀ, ਕਦੀ ਤੇ ਨਿਆਣਾ ਬੱਚਾ ਪੁੱਛ ਹੀ ਲੈਂਦਾ ਨਾ, ਕੁਝ ਨਾ ਕੁਝ ਮਿਲਦਾ ਸਿੱਖਣ ਤੋਂ। ਕਹਿੰਦੇ ਗੁਰਦੁਆਰਾ ਲਲਕਾਰ ਸਾਹਿਬ ਉੱਥੇ ਬਣਿਆ, ਦਰਸ਼ਨ ਕਰਦੇ ਆ ਤੇ ਬਾਬਾ ਦੀਪ ਸਿੰਘ ਜੀ ਨੇ ਉੱਚੀ ਆਵਾਜ਼ ਵਿੱਚ ਆਖਿਆ ਉਹ ਬਚਨ ਜਿਹੜੇ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੇ, ਜੋ ਤਉ ਪ੍ਰੇਮ ਖਿਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ, ਜੇ ਤੁਹਾਨੂੰ ਗੁਰੂ ਸਾਹਿਬ ਜੀ ਕਹਿੰਦੇ ਵੀ ਬੰਦਿਆ, ਜੇ ਤੈਨੂੰ ਗੁਰੂ ਦੇ ਪ੍ਰੇਮ ਰੂਪ ਮਾਰਗ ਤੇ ਚੱਲਣ ਦਾ ਚਾਹ ਹੈ, ਜੋ ਤਉ, ਜੇ ਤੈਨੂੰ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਜੇ ਗੁਰੂ ਦੇ ਮਾਰਗ ਤੇ ਚੱਲਣ ਦੀ ਚਾਹਨਾ ਹੈ ਨਾ, ਸਿਰ ਧਰ ਤਲੀ ਗਲੀ ਮੇਰੀ ਆਓ। ਜਿੱਥੇ ਅਰਥ ਬਾਹਰਲੇ ਨੇ, ਗੱਲ ਅੰਦਰ ਦੀ ਵੀ ਕੀਤੀ ਹੈ। ਜਿੱਥੇ ਸਤਿਗੁਰੂ ਜੀ ਇਹ ਕਹਿੰਦੇ ਵੀ ਹਉਮੈ ਹੰਕਾਰ ਨੂੰ ਛੱਡ ਕੇ, ਕਿਉਂਕਿ ਹੰਕਾਰ ਛੱਡਣਾ ਵੀ ਤਲੀ ਤੇ ਸੀਸ ਰੱਖਣਾ ਹੀ ਹੁੰਦਾ ਹੈ, ਉੱਥੇ ਸਤਿਗੁਰੂ ਜੀ ਬਾਹਰੋਂ ਵੀ ਕਹਿੰਦੇ ਨੇ। ਇਹ ਬਾਬਾ ਦੀਪ ਸਿੰਘ ਜੀ ਨੇ ਇਹਨਾਂ ਪੰਕਤੀਆਂ ਦਾ ਪ੍ਰੈਕਟੀਕਲ ਕਰਕੇ ਦੱਸਿਆ ਵੀ ਜੇ ਮੇਰਾ ਗੁਰੂ ਨਾਨਕ ਲਿਖ ਗਿਆ ਨਾ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਤਾਂ ਉਹਦੇ ਘਰੋਂ ਵਰਸਾਏ ਹੋਏ ਸਿੰਘ ਪ੍ਰੈਕਟੀਕਲ ਵੀ ਕਰ ਸਕਦੇ ਨੇ ਤੇ ਕੀਤਾ ਵੀ। ਤੇ ਉੱਥੇ ਜਦੋਂ ਲਲਕਾਰ ਮਾਰੀ ਬਾਬਾ ਦੀਪ ਸਿੰਘ ਨੇ, ਕਹਿੰਦੇ ਜਿਨ੍ਹਾਂ ਨੂੰ ਧਰਮ ਪਿਆਰਾ ਉਹ ਇੱਧਰ ਆ ਜਾਓ ਤੇ ਜਿਨ੍ਹਾਂ ਨੂੰ ਧਰਮ ਨਹੀਂ ਪਿਆਰਾ ਉਹ ਉਧਰ ਹੀ ਰਹੋ। ਪਰ ਜਿਨ੍ਹਾਂ ਨੇ ਸੰਗਤ ਬਾਬਾ ਦੀਪ ਸਿੰਘ ਜੀ ਦੀ ਕੀਤੀ ਉਹ ਪਰੇ ਕਿੱਦਾਂ ਰਹਿ ਸਕਦੇ ਸਨ? ਇੱਕ ਵੀ ਨਹੀਂ ਰਿਹਾ, ਸਾਰੇ ਛਾਲਾ ਮਾਰ ਕੇ ਲਕੀਰ ਟੱਪ ਗਏ ਤੇ ਬਾਬਾ ਦੀਪ ਸਿੰਘ ਜੀ ਦੇ ਨਾਲ ਹੋ ਤੁਰੇ। ਉਧਰੋਂ ਦੁਰਾਨੀ ਨੇ ਜਮਾਲ ਖਾਨ ਨੂੰ ਭੇਜਿਆ, ਅਤਤਾਈ ਖਾਨ ਨੂੰ ਭੇਜਿਆ, ਬੇਅੰਤ ਫੌਜ ਦੇ ਕੇ ਇਤਿਹਾਸਕਾਰ ਕਹਿੰਦੇ ਦੁਵੱਲੀ ਜੰਗ ਸ਼ੁਰੂ ਹੋ ਗਈ। ਔਰ ਇੱਕ ਸਿੱਖ ਰਣ ਤੱਤੇ ਦੇ ਵਿੱਚ ਜੂਝਦਾ, ਉਹਨੇ ਕੀ ਦੇਖਿਆ? ਕਿਉਂਕਿ ਜਿੱਥੇ ਅੱਜ ਗੁਰਦੁਆਰਾ ਬਣੇ ਨਾ ਸ਼ਹੀਦਾਂ ਦਾ ਅਸਥਾਨ ਰਾਮਸਰ ਦੀ ਧਰਤੀ ਤੇ, ਹੁਣ ਗੋਲਵੜ ਪਿੰਡ ਤੋਂ ਤੇ ਉੱਥੋਂ ਚਲਦਿਆਂ ਜੰਗ ਕਰਦਿਆਂ ਤੇ ਜਦੋਂ ਇਸ ਜਗ੍ਹਾ ਤੇ ਆਏ, ਕਈਆਂ ਨੇ ਅਤਤਾਈ ਖਾਂ ਪਠਾਨ ਦਾ ਜ਼ਿਕਰ ਕੀਤਾ, ਪਰ ਬਹੁਤਿਆਂ ਨੇ ਜਮਾਲ ਖਾਨ ਦਾ। ਦੋਵਾਂ ਦੀ ਆਪਸ ਵਿੱਚ ਬਾਬਾ ਦੀਪ ਸਿੰਘ ਤੇ ਉਹਨਾਂ ਦੀ ਜਦੋਂ ਜੰਗ ਹੁੰਦੀ ਹੈ, ਸਾਂਝਾ ਵਾਰ ਹੁੰਦਾ ਹੈ, ਬਾਬਾ ਦੀਪ ਸਿੰਘ ਵਾਰ ਕਰਦੇ ਨੇ, ਕਹਿੰਦੇ ਜਮਾਲ ਖਾਨ ਵੀ ਢੇਰੀ ਹੋ ਜਾਂਦਾ ਤੇ ਇੱਕ ਵਾਰ ਕਹਿੰਦੇ ਬਾਬਾ ਦੀਪ ਸਿੰਘ ਜੀ ਦੇ ਲੱਗਦਾ, ਸੀਸ ਧੜ ਤੋਂ ਥੱਲੇ ਡਿੱਗ ਪੈਂਦਾ ਹੈ। ਕਹਿੰਦੇ ਇੱਕ ਧਰਮ ਸਿੰਘ ਇਉਂ ਕਹਿਓ, ਉਹ ਦੀਪ ਸਿੰਘ ਤੇਰਾ ਬਚਨ ਕਹਾਂ ਗਇਓ। ਇਤਿਹਾਸਕਾਰ ਨੇ ਲਿਖਿਆ, ਨਾਲ ਦਾ ਸਿੰਘ ਕਹਿੰਦਾ ਦੀਪ ਸਿੰਘ ਜੀ ਜਿਹੜਾ ਬਚਨ ਕਰਕੇ ਆਏ ਸੀ, ਕਹਿੰਦੇ ਗੁਰੂ ਰਾਮਦਾਸ ਜੀ ਦੇ ਦਰ ਤੇ ਕੋਈ ਕੁਛ ਭੇਟ ਕਰਦਾ ਹੈ, ਕੋਈ ਕੁਛ ਭੇਟ ਕਰਦਾ ਹੈ, ਪਰ ਬਾਬਾ ਦੀਪ ਸਿੰਘ ਜੀ ਤੁਸੀਂ ਆਖਿਆ ਸੀ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਸੀਸ ਹੀ ਭੇਟ ਕਰਾਂਗਾ, ਪਰ ਸੀਸ ਤੇ ਤੁਹਾਡੇ ਤੋਂ ਵੱਖਰਾ ਹੋ ਗਿਆ। ਇਤਿਹਾਸਕਾਰ ਨੂੰ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦੇ ਇੰਨਾ ਬਚਨ ਕਿਹਾ, ਉਸ ਸੀਸ ਦੇ ਵਿੱਚ ਹਰਕਤ ਆਈ ਤੇ ਬਾਬਾ ਦੀਪ ਸਿੰਘ ਜੀ ਨੇ, ਕਈ ਬੜੇ ਗਿਆਨਾਂ ਸੋ ਹੈ ਕਿ ਬੜੇ ਲਿਖਾਰੀ ਨਹੀਂ ਜੀ, ਏਦਾਂ ਕਿਵੇਂ ਹੋ ਸਕਦਾ, ਇਹ ਕਿੱਦਾਂ ਹੋ ਸਕਦਾ, ਕਿਤੇ ਜੀ ਹੋ ਹੀ ਨਹੀਂ ਸਕਦਾ, ਕਿਉਂਕਿ ਜਦੋਂ ਗੁਰੂ ਤੇ ਭਰੋਸਾ ਨਾ ਹੋਵੇ ਉਦੋਂ ਕੁਝ ਵੀ ਨਹੀਂ ਹੋ ਸਕਦਾ। ਜੇ ਗੁਰੂ ਤੇ ਭਰੋਸਾ ਹੋਵੇ ਫਿਰ ਗੁਰੂ ਦੀ ਇੱਕ ਇੱਕ ਗੱਲ ਤੇ ਆਪਾਂ ਯਕੀਨ ਕਰਾਂਗੇ।
ਤੇ ਉਹ ਉਹਨਾਂ ਬਚਨਾਂ ਨੂੰ ਪੜ੍ਹਿਆ ਦੀ ਜੋ ਤੋਂ ਪ੍ਰੇਮ ਉਹ ਦੀਪ ਸਿਆਂ ਤੇ ਬਚਨ ਤੂੰ ਪੜ੍ਹ ਕੇ ਆਇਆ ਸੀ। ਜੇ ਤੈਨੂੰ ਗੁਰੂ ਦੇ ਮਾਰਗ ਤੇ ਚੱਲਣ ਦਾ ਪ੍ਰੇਮ ਹੈ ਤਾਂ ਫਿਰ ਧਰ ਲਾ ਤਲੀ ਦੇ ਉੱਪਰ ਸੀਸ। ਕਹਿੰਦੇ ਸੀਸ ਤਲੀ ਤੇ ਜਦੋਂ ਧਰਿਆ ਬਾਬਾ ਦੀਪ ਸਿੰਘ ਜੀ ਗੋਲਵੜ ਵਿਖੇ ਸਾਂਝਾ ਵਾਰ ਹੋਇਆ ਸੀ ਤੇ ਜਿੱਥੇ ਸ਼ਹੀਦਾਂ ਦਾ ਅਸਥਾਨ ਬਣਿਆ ਵੇਖੋ ਕਿੰਨੀ ਸੰਗਤ ਉੱਤੇ, ਦਿਨ ਰਾਤ ਕਿੰਨੀ ਮਹੱਤਤਾ ਉਸ ਅਸਥਾਨ ਦੀ। ਤੇ ਉੱਥੇ ਜਦੋਂ ਬਾਬਾ ਦੀਪ ਸਿੰਘ ਜੀ ਨੇ ਉਹ ਫਿਰ ਸੀਸ ਜਿੱਥੇ ਪਰਿਕਰਮਾ ਵੇਖੋ ਕਿੰਨੀ ਦੂਰ ਹੈ, ਕਹਿੰਦੇ ਉੱਥੋਂ ਸੀਸ ਆਪਾਂ ਕੀ ਇਹਦੇ ਪਾਸ ਸੁੱਟਿਆ ਕਹਿ ਦਿੰਦੇ ਆ, ਸੁੱਟਿਆ ਨਹੀਂ, ਸੀਸ ਨੂੰ ਭੇਟ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲ ਦੁਨਿਆਵੀ ਤੌਰ ਤੇ ਤਾਂ ਬਾਹਰੋਂ ਕੋਈ ਵਸਤੂ ਨਹੀਂ, ਕੋਈ ਕੜਾਹ ਪ੍ਰਸ਼ਾਦ ਚੜਾਉਂਦਾ, ਕੋਈ ਕੁਝ ਚੜਾਉਂਦਾ, ਪਰ ਮੈਂ ਸੀਸ ਪ੍ਰਸ਼ਾਦ ਤੇਰੇ ਦਰ ਤੇ ਚੜਾਵਾਂਗਾ। ਕਹਿੰਦੇ ਉਹ ਸੀਸ ਹੀ ਭੇਟ ਕਰ ਦਿੱਤਾ। ਇਹ ਸੱਚ ਹੈ। ਜਦੋਂ ਸੰਨ 84 ਵਿੱਚ ਭਾਰਤੀ ਹਕੂਮਤ ਨੇ ਟੈਂਕ ਵੱਡੇ ਅਰਜਨ ਟੈਂਕ ਜਿਨ੍ਹਾਂ ਦੇ ਮੂਹਰੇ ਵੱਡੇ ਪਹਾੜ ਵੀ ਉਹ ਮਲੀਆ ਮੇਟ ਕਰ ਦਿੰਦੇ ਨੇ, ਇੰਨੇ ਜ਼ਬਰਦਸਤ ਟੈਂਕ, ਤੇ ਜਿੱਧਰ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਫੋਟੋਆਂ ਪਈਆਂ। ਇਹ ਕੋਈ ਮਨ ਘੜਤ ਗੱਲ ਨਹੀਂ, ਸੱਚ ਮਾਰ ਲਿਓ, ਪੜ੍ਹੇ ਲਿਖੇ ਤੁਸੀਂ ਹੈਗੇ ਹੋ। ਉਹ ਫੋਟੋਆਂ ਪਈਆਂ, ਟੈਂਕ ਉੱਥੋਂ ਦੀ ਵੜਦਾ ਵੜਨ ਸਾਰੀ ਕਹਿੰਦੇ ਸਾਰੇ ਟੈਂਕ ਦੇ ਜਿਹੜੇ ਟਾਇਰ ਨੇ ਨਾ ਉਹਨਾਂ ਦੇ ਵਿੱਚੋਂ ਹਵਾ ਖਤਮ ਹੋ ਜਾਂਦੀ ਹੈ। ਇਹਦਾ ਮਤਲਬ ਇਹ ਕਿ ਬਾਬਾ ਦੀਪ ਸਿੰਘ ਜੀ ਕਹਿੰਦੇ ਜਦੋਂ ਮੈਂ ਸੀ ਉਦੋਂ ਵੀ ਮੈਂ ਦੁਸ਼ਮਣ ਦੇ ਆਹੂ ਲਾਉਂਦਾ ਰਿਹਾ, ਅੱਜ ਭਾਵੇਂ ਮੈਂ ਸਰੀਰ ਕਰਕੇ ਨਹੀਂ, ਗੁਰੂ ਰਾਮਦਾਸ ਜੀ ਤੇਰੇ ਦਰ ਤੇ ਇਹਨਾਂ ਨੂੰ ਮੈਂ ਹਮਲਾ ਅੰਦਰ ਨਹੀਂ ਜਾਣ ਦਿਆਂਗਾ। ਭਾਵੇਂ ਹਮਲਾ ਕੀਤਾ, ਬੜਾ ਕੁਝ ਹੋਇਆ ਤੇ ਹਮਲੇ ਕਰਨ ਵਾਲਿਆਂ ਨੇ ਬੜਾ ਕੁਝ ਕੀਤਾ, ਉਹਨਾਂ ਨੂੰ ਅਜੇ ਕੋਈ ਨਹੀਂ ਯਾਦ ਕਰਦਾ, ਪਰ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦੀ ਦਰ ਤੇ ਅੱਜ ਵੀ ਮਹਿਮਾ ਵਡਿਆਈ ਉਸੇ ਤਰ੍ਹਾਂ ਹੀ ਹੈ, ਉਸੇ ਤਰ੍ਹਾਂ ਉਸੇ ਸਥਾਨਾਂ ਤੇ ਜਗਮਗ ਹੋ ਰਹੀ ਹੈ। ਸੰਗਤ ਗੁਰੂ ਚਰਨਾਂ ਦੇ ਵਿੱਚ ਆ ਕੇ ਨਤਮਸਤਕ ਹੁੰਦੀ ਹੈ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਿਮਤਾਂ ਕੀਤੀਆਂ ਤੇ ਬਾਬਾ ਦੀਪ ਸਿੰਘ ਜੀ ਨੇ ਫਿਰ ਸ਼ਹਾਦਤ ਪ੍ਰਾਪਤ ਕੀਤੀ ਤੇ ਜਿੱਥੋਂ ਸੀਸ ਭੇਟ ਕੀਤਾ ਉਸ ਸਥਾਨ ਦੀ ਵੀ ਮਹੱਤਤਾ, ਤੇ ਜਿੱਥੇ ਜਾ ਕੇ ਸੀਸ ਗੁਰੂ ਚਰਨਾਂ ਦੇ ਵਿੱਚ ਰੱਖਿਆ ਤੇ ਉੱਥੇ ਵੀ ਪਰਿਕਰਮਾ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਅੱਜ ਵੀ ਇੱਕ ਸੰਖੇਪ ਕਹਿ ਲਓ ਛੋਟੇ ਆਕਾਰ ਵਿੱਚ ਇੱਕ ਯਾਦਗਾਰੀ ਅਸਥਾਨ ਬਣਿਆ ਤੇ ਸੰਗਤ ਉੱਥੋਂ ਦੀ ਵੀ ਲੰਘ ਕੇ ਸੀਸ ਝੁਕਾਉਂਦੀ ਹੈ, ਉੱਥੇ ਵੀ ਨਮਸਕਾਰ ਕਰਦੀ ਹੈ। ਸੋ ਆਪ ਸਮੁੱਚੀਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਵਧਾਈਆਂ। ਆਓ ਜਿਹੜਾ ਸ਼ਬਦ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਜਿਹੜੀ ਅੱਜ ਪੌੜੀ ਆਈ ਹੈ, ਉੱਥੇ ਵੀ ਜੇਕਰ ਮੇਰੇ ਗੁਰੂ ਨੇ ਸਰੀਰ ਦਾ ਹੀ ਕੀਤਾ ਹੈ। ਇਹ ਸਰੀਰ ਪਵਿੱਤਰ ਹੈ, ਇਹ ਸਰੀਰ ਸੰਸਾਰ ਵਿੱਚ ਕਿਸ ਲਈ ਆਇਆ? ਸਰੀਰ ਨੂੰ ਪਵਿੱਤਰ ਵੀ ਆਖਿਆ, ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ। ਤਨ ਨੂੰ ਨਿਰਮਲ ਪਵਿੱਤਰ ਵੀ ਆਖਿਆ, ਸਰੀਰ ਨੂੰ ਜਜਰੀ ਵੀ ਆਖਿਆ, ਸਰੀਰ ਨੂੰ ਮੈਲਾ ਵੀ ਆਖਿਆ। ਪਰ ਕਹਿੰਦੇ ਵੇਖਣਾ ਇਹ ਹੈ ਕਿ ਸਰੀਰ ਹੈ ਜਿਹੜਾ ਉਹ ਕਿਸ ਕੰਮ ਦੇ ਲਈ ਲੇਖੇ ਲੱਗ ਰਿਹਾ ਹੈ। ਜੇ ਗੁਰੂ ਕਾਰਜ ਗੁਰੂ ਆਸੇ ਜਾ ਰਹੇ ਤਾਂ ਉਹ ਪਵਿੱਤਰ ਹੈ। ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਤੁਹਾਨੂੰ ਪੂਰੀ ਮਨੁੱਖਤਾ ਨੂੰ ਜਿਹੜੇ ਅਵੇਸਲੇ ਨੇ ਪਾਤਸ਼ਾਹ ਜੀ ਸ਼ਬਦ ਰਾਹੀਂ ਜਗਾਉਂਦੇ ਨੇ। ਆਨੰਦ ਸਾਹਿਬ ਦੀ ਬਾਣੀ ਹੈ ਤੇ ਇਹ ਭੁੱਲਿਆ ਮਨੁੱਖ ਆਨੰਦ ਤੱਕ ਪਹੁੰਚ ਜੇ, ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ। ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਸ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਿਆ ਤੁਧ ਵੀ ਕਿਹੜੇ ਕਰਮ ਤੂੰ ਕਰਦਾ ਰਿਹਾ, ਕੀ ਤੂੰ ਉਹ ਕਰਮ ਦੱਸ ਸਕਦਾ ਹੈ ਕਿ ਮੈਂ ਜਗਤ ਵਿੱਚ ਆਇਆ, ਸੰਸਾਰ ਵਿੱਚ ਆਇਆ। ਚੰਗੇ ਕੰਮ ਚੰਗਿਆਈਆਂ ਦਾ ਬੰਦਾ ਹੱਥਾਂ ਦੀਆਂ ਹਥੇਲੀਆਂ ਦੇ ਉੱਪਰ ਚੁੱਕੀ ਫਿਰਦਾ ਹੈ, ਮੈਂ ਆਹ ਕੀਤਾ, ਮੈਂ ਉਹ ਕੀਤਾ, ਕਿਉਂਕਿ ਗੁਣ ਪਰਮਾਤਮਾ ਦੀ ਬਖਸ਼ਿਸ਼ ਹੈ। ਔਗਣ ਮਨੁੱਖ ਦੀ ਕਮਜ਼ੋਰੀ ਉਹ ਭਾਵੇਂ ਮੇਰੇ ਵਿੱਚ ਤੇ ਭਾਵੇਂ ਕਿਸੇ ਵਿੱਚ ਵੀ। ਬਾਣੀ ਕਹਿਦੀ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਕਹਿੰਦੇ ਉਸ ਗੁਰੂ ਦੀ ਰਹਿਮਤ ਤੋਂ ਬਿਨਾਂ ਇਹ ਗੁਣ ਅੰਦਰ ਆ ਨਹੀਂ ਸਕਦੇ। ਸਤਿਗੁਰੂ ਜੀ ਕਹਿੰਦੇ ਇਹ ਸਰੀਰਾ ਮੇਰਿਆ,
ਸਰੀਰ ਨੂੰ ਸੰਬੋਧਨ ਕਰਕੇ ਉਪਦੇਸ਼ ਕਰਦੇ ਨੇ। ਵੇਖੋ ਬਜ਼ੁਰਗ ਅਵਸਥਾ ਦੇ ਵਿੱਚ ਇਹ ਬਾਣੀ ਉਚਾਰੀ, ਕਿੰਨੀ ਲੰਮੀ ਉਮਰ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਇਹਦਾ ਮਤਲਬ ਉਸ ਵਡੇਰੀ ਉਮਰ ਦੇ ਵਿੱਚ ਆ ਕੇ ਬਾਣੀ ਉਚਾਰਦੇ ਨੇ, ਆਪਣੇ ਸਰੀਰ ਦੇ ਨਕਸ਼ੇ ਵੱਲ ਵੇਖਦੇ ਹੋਣਗੇ, ਮਹਿਸੂਸ ਕਰਦੇ ਹੋਣਗੇ ਤੇ ਅੰਦਰੋਂ ਬਾਣੀ ਨਿਕਲੀ ਕਿ ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਿ ਤੂੰ ਜਗਤ ਵਿੱਚ ਆਇਆ, ਇੰਨੀ ਉਮਰ ਭੋਗ ਲਈ ਤੇ ਕੀਤਾ ਕੀ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿਹੜੇ ਕਿਹੜੇ ਤੂੰ ਕਰਮ ਕੀਤੇ ਨੇ। ਜੇ ਤਾਂ ਤੂੰ ਸ਼ੁਭ ਕਰਮ ਕੀਤੇ ਨੇ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਆਉਣਾ ਦੁਨੀਆ ਵਿੱਚ ਸਫਲ ਹੋ ਗਿਆ, ਤੇਰਾ ਦੁਨੀਆ ਵਿੱਚ ਆਉਣਾ ਪ੍ਰਵਾਨ ਹੋ ਗਿਆ। ਹੰਕਾਰ ਦੋ ਤਰ੍ਹਾਂ ਦਾ ਹੁੰਦਾ ਹੈ। ਖਿਮਾ ਕਰਿਓ, ਗੁਰਦੁਆਰੇ ਮੈਂ ਨਹੀਂ ਜਾਂਦਾ, ਇਸ ਗੱਲ ਦਾ ਵੀ ਹੰਕਾਰ ਹੋ ਜਾਂਦਾ ਹੈ। ਮੈਂ ਗੁਰਦੁਆਰੇ ਜਾਣਾ, ਇਸ ਗੱਲ ਦਾ ਵੀ ਹੰਕਾਰ ਹੋ ਜਾਂਦਾ ਹੈ। ਮੈਂ ਸੇਵਾ ਨਹੀਂ ਕਰਦਾ, ਇਸ ਗੱਲ ਦਾ ਵੀ ਹੰਕਾਰ ਹੋ ਜਾਂਦਾ ਹੈ। ਮੈਂ ਸੇਵਾ ਬਹੁਤ ਕਰਦਾ, ਇਸ ਗੱਲ ਦਾ ਵੀ ਹੰਕਾਰ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਫਿਰ ਕੀ ਕਰੀਏ, ਪਰ ਕਹਿੰਦੇ ਜਿਹੜਾ ਕਰਮ ਤੂੰ ਕਰ ਰਿਹਾ ਨਾ ਉਹ ਗੁਰੂ ਤੇ ਛੱਡ ਦੇ। ਸੱਚੇ ਪਾਤਸ਼ਾਹ ਥੋੜੀ ਕੀਤੀ ਬਹੁਤੀ ਕੀਤੀ, ਇਹ ਸਭ ਕੁਝ ਤੂੰ ਕਰਾਉਣ ਵਾਲਾ, ਤੂੰ ਕਰਨ ਕਰਾਉਣ ਦੇ ਸਮਰੱਥ, ਮੈਂ ਕਰਨ ਵਾਲਾ ਕੁਝ ਨਹੀਂ। ਪਾਤਸ਼ਾਹ ਕਹਿੰਦੇ ਤੇਰੀ ਕੀਤੀ ਸਫਲ, ਜਿਹੜੀ ਸੇਵਾ ਉਹ ਸਫਲ ਹੈ। ਐਵੇਂ ਨਹੀਂ ਲਿਖਿਆ ਬਾਣੀ ਵਿੱਚ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਦੇਖੋ ਜੇ ਕੋ ਕਰੇ ਚਿਤ ਲਾਏ, ਇਹ ਬਹੁਤ ਜ਼ਿਆਦਾ ਗਹਿਰਾਈ ਵਾਲੀ ਗੱਲ ਹੈ। ਪਾਤਸ਼ਾਹ ਕਹਿੰਦੇ ਸਫਲ ਹੈ ਸੇਵਾ, ਥੋੜੀ ਕਰ ਬਹੁਤੀ ਕਰ, ਪਰ ਸੇਵਾ ਕਰਦਿਆਂ ਜਿਹਦੇ ਨਾਲ ਤੇਰੀ ਕੋਈ ਬੋਲ ਚਾਲ ਨਹੀਂ, ਤੇਰਾ ਲੜਾਈ ਝਗੜਾ ਜਿੰਨੀ ਮਰਜ਼ੀ ਦੁਸ਼ਮਣੀ, ਜਦੋਂ ਤੂੰ ਸੇਵਾ ਕਰਦਾ ਤੇਰੀ ਨਜ਼ਰ ਵਿੱਚ, ਤੇਰੇ ਮਨ ਵਿੱਚ ਜੇ ਉਹ ਖਿਆਲ ਨਹੀਂ ਨਾ ਆਇਆ, ਤੂੰ ਸਭ ਨੂੰ ਇੱਕ ਰਸ ਜਾਣ ਕੇ ਸੇਵਾ ਕਰ ਰਿਹਾ, ਤਾਂ ਸਤਿਗੁਰੂ ਜੀ ਕਹਿੰਦੇ ਫਿਰ ਤੇਰੀ ਸਫਲ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਚੇਤੀ ਤੇ ਲੱਗਦਾ ਨਹੀਂ ਤਾਂ ਹੀ ਸਤਿਗੁਰੂ ਜੀ ਕਹਿੰਦੇ ਸਫਲ ਨਹੀਂ ਹੁੰਦੀ। ਤੇ ਚਿੱਤ ਨਾ ਲੱਗਣ ਕਰਕੇ ਹਉਮੈ ਵਿੱਚੋਂ ਨਹੀਂ ਜਾਂਦੀ। ਤਾਂ ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ, ਕਹਿਣ ਲੱਗੇ ਏ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ। ਕਹਿੰਦੇ ਜਿਹੜੇ ਜਿਹੜੇ ਤੂੰ ਕਰਮ ਕਮਾਏ ਨੇ, ਤੂੰ ਸੰਸਾਰ ਦੇ ਵਿੱਚ ਆ ਗਏ ਹੈ, ਪਰ ਜੇ ਤੂੰ ਕਰਮ ਕੋਈ ਸ਼ੁਭ ਨਹੀਂ ਨਾ ਕੀਤਾ, ਤੇਰਾ ਆਉਣਾ ਸੰਸਾਰ ਦੇ ਵਿੱਚ ਫਿਰ ਪ੍ਰਵਾਨ ਨਹੀਂ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ। ਜਿਸ ਵਾਹਿਗੁਰੂ ਨੇ 10 ਇੰਦਰੀ 5 ਤੱਤਾਂ ਦਾ ਸਰੀਰ ਬਣਿਆ, ਤੇਰੇ ਸਰੀਰ ਨੂੰ ਤਿਆਰ ਕਰ ਦਿੱਤਾ, ਬਣਾਇਆ, ਪਰ ਕਹਿੰਦੇ ਸੋ ਹਰ ਮਨ ਨਾ ਵਸਾਇਆ। ਉਹਨੂੰ ਤੂੰ ਮਨ ਵਿੱਚ ਨਹੀਂ ਵਸਾਇਆ, ਉਹਦਾ ਤੂੰ ਸ਼ੁਕਰਾਨਾ ਨਹੀਂ ਕਰਦਾ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਪਰ ਕਹਿੰਦੇ ਜੇ ਗੁਰੂ ਦੀ ਰਹਿਮਤ, ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਜੇ ਵਾਹਿਗੁਰੂ ਦਾ ਉਪਦੇਸ਼ ਤੇਰੇ ਮਨ ਵਿੱਚ ਵਸ ਜੇ, ਤਾਂ ਇਉਂ ਸਮਝ ਲੈ ਤੇਰੇ ਪੂਰਬਲੇ ਕਰਮ ਕੀਤੇ ਚੰਗੇ ਸਨ। ਅਖੀਰ ਵਿੱਚ ਕਹਿੰਦੇ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਜਿਸ ਤਰ੍ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਰੀਰ ਪ੍ਰਵਾਨ ਹੋ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਤੇ ਉਪਦੇਸ਼ ਨਾਲ ਉਹਨਾਂ ਨੇ ਚਿੱਤ ਲਾਇਆ, ਉਹਨਾਂ ਦਾ ਸੰਸਾਰ ਵਿੱਚ ਆਉਣਾ ਪ੍ਰਵਾਨ ਹੋਇਆ। ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸਮਝ ਲਿਆ, ਸੁਣ ਲਿਆ, ਗੁਰੂ ਦੇ ਉਪਦੇਸ਼ ਦੇ ਮੁਤਾਬਕ ਜਿਨ੍ਹਾਂ ਨੇ ਜ਼ਿੰਦਗੀ ਬਤੀਤ ਕੀਤੀ, ਪਾਤਸ਼ਾਹ ਜੀ ਕਹਿੰਦੇ ਉਹ ਸਰੀਰ ਦਾ ਆਉਣਾ ਪ੍ਰਵਾਨ ਹੈ। ਇੰਨੀ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਵਸ ਦੀਆਂ, ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਸਮੁੱਚੇ ਮਾਝੇ ਦੀਆਂ ਸੰਗਤਾਂ, ਸਮੂਹ ਪ੍ਰਾਪਤ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕੀ ਸ਼ਮਾ ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਦੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰ ਸ਼ਬਦ ਦੀ ਕਥਾ ਦੇ ਨਾਲ ਨਿਹਾਲ ਕੀਤਾ। ਹੁਣ ਮੈਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਹੋਰਾਂ ਨੂੰ ਬੇਨਤੀ ਕਰਦਾ ਜੋ ਸਟੇਜ ਉੱਪਰ ਆ ਜਾਣ, ਉਹ 5-7 ਮਿੰਟ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਜਦ ਤੱਕ ਉਹ ਇੱਥੇ ਆਉਂਦੇ ਹਨ। ਦਰਬਾਰ ਸਾਹਿਬ ਤਰਨਤਾਰਨ ਤੋਂ ਜਿਹਦਾ ਭਾਈ ਸਾਹਿਬ ਹੋਰਾਂ ਨੇ ਹੁਣੇ ਜ਼ਿਕਰ ਕੀਤਾ,
ਦਰਬਾਰ ਸਾਹਿਬ ਤਰਨਤਾਰਨ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਣ ਤੱਕ ਬਾਬਾ ਦੀਪ ਸਿੰਘ ਜੀ ਦੇ ਯਾਦ ਵਿੱਚ 3 ਗੁਰੂ ਘਰ ਬਣੇ ਹੋਏ ਹਨ। ਜਿੱਦਾਂ ਇਹਨਾਂ ਨੇ ਦੱਸਿਆ ਸੀ, ਲਲਕਾਰ ਸਾਹਿਬ ਉਹਨਾਂ ਨੂੰ, ਉਸ ਗੁਰਦੁਆਰਾ ਸਾਹਿਬ ਨੂੰ ਲਕੀਰ ਸਾਹਿਬ ਵੀ ਕਹਿੰਦੇ ਹਨ। ਤਰਨਤਾਰਨ ਤੋਂ ਅੰਮ੍ਰਿਤਸਰ ਜਾਂਦੇ ਹੋਏ ਰੋਹੀ ਕੋਟ ਦੇ ਲਾਗੇ, ਜਿੱਥੇ ਪੁਰਾਣਾ ਬਿਜਲੀ ਘਰ ਸੀ ਉਹਦੇ ਸਾਹਮਣੇ ਬਿਲਕੁਲ ਉੱਥੇ ਗੁਰੂ ਘਰ ਹੈ ਜੀ। ਉਸ ਤੋਂ ਥੋੜ੍ਹਾ ਅੱਗੇ ਜਾਓਗੇ ਤੇ ਗੋਦਵਾਰ ਬਾਬਾ ਜੀ ਦੀ ਯਾਦ ਵਿੱਚ ਚੱਪਾ, ਜਿੱਥੇ ਪਿੱਛੇ ਜੇ ਸਰਬੱਤ ਖਾਲਸਾ ਵੀ ਹੋਇਆ ਸੀ, ਚੱਪੇ ਪਿੰਡ ਤੋਂ ਮੁੜੀ ਦਾ ਉਹਦੇ ਲਾਗੇ ਗੋਦਵਾਰ ਪਿੰਡ ਹੈ ਜੀ। ਉੱਥੇ ਉਹਨਾਂ ਦੀ ਯਾਦ ਵਿੱਚ ਬਾਬਾ ਜੀ ਦੀ ਯਾਦ ਵਿੱਚ ਗੁਰੂ ਘਰ ਬਹੁਤ ਸੋਹਣਾ ਬਣਿਆ ਜੀ। ਸੜਕ ਉੱਥੋਂ ਚੌੜੀ ਹੋਈ ਸੀ ਪਿੱਛੇ, ਜੇ ਸਾਰਿਆਂ ਨੂੰ ਪਤਾ ਇੰਡੀਆ ਦੇ ਵਿੱਚ ਸੜਕਾਂ ਚੌੜੀਆਂ ਹੋਈਆਂ। ਉੱਥੋਂ ਜਿੱਥੇ ਗੁਰਦੁਆਰਾ ਸਾਹਿਬ ਸੜਕ ਦੇ ਵਿੱਚ ਆ ਗੱਬੇ, ਉੱਥੋਂ ਸੜਕ ਥੋੜ੍ਹੀ ਜਿਹੀ ਤੰਗ ਰਹਿਣ ਦਿੱਤੀ ਗਈ ਹੈ। ਉੱਥੇ ਗੁਰੂ ਘਰ ਨੂੰ ਪਿੱਛੇ ਨਹੀਂ